ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। तुमरी महिमा वर्ण ना साको, तू ठाकुर ऊच भगवाना। सतनाम वाहेगुरु साहिब जियो। सूही महला पंजवा, पै सागरो पै सागर तरिया। हर हर नाम ध्याए राम, पै सागरो पै सागर तरिया। हर हर नाम ध्याए राम, बोहिथड़ा हर चरण आराधे। मिल सतगुर पार लंघाए राम। गुर शब्दी तरियै बहुड़ ना मरियै, चूकै आवण जाना। जो किछ करै सोई पल मानो, तामन सहज समाना। दुख न भूख न रोग, दुख न भूख न रोग ना व्यापै। सुख सागर शरणी पाए, हर सिमर सिमर नानक रंग राता। मन की चिंत मिटाए, संत जना हर मंत्र दृढ़ाया। हर साजन वसगत कीने राम, आपनड़ा मन आगै तरिया। सर्बस ठाकुर दीने राम। करे अपनी दासी मिटी उदासी, हर मंदिर थित पाई। आनंद विनोद सिमरो प्रभ साचा, विछुड़ कबहू ना जाई। सावड भागण सदा सुहागण, राम नाम गुण चीने। कहो नानक रमह रंग राते, प्रेम महारस पीने। सावड भागण सदा सुहागण, राम नाम गुण चीने। कहो नानक रमह रंग राते, प्रेम महारस पीने। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी ਅਪਾਰ ਮਿਹਰਾਮਤ। ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਸੂਹੀ ਰਾਗ ਦੀ ਰਚਨਾ ਗੁਰੂ ਅਰਜਨ ਸਾਹਿਬ ਜੀ ਦਾ ਸੰਦੇਸ਼ ਮੁਸਲਸਲ ਵਿਚਾਰਿਆ ਜਾਂਦਾ ਆ। ਛੰਤ ਰੂਪ ਬਾਣੀ ਹੈ। ਚਾਰ ਚਾਰ ਪਦਿਆਂ ਦੇ ਸ਼ਬਦ ਨੇ, ਜਿਸ ਅੰਦਰ इस पावन छंत के शुरुआती दो पदे आपने सरवण किए ने। विचार का आगाज कर रहे हाँ। गुरुदेव जिक्र करदे पह सागरो पह सागर तरिया
हर हर नाम ध्याए राम, पह सागरो पह सागर तरिया। ਇਹਦੇ 'ਚ ਟੀਕੇਕਾਰਾਂ ਨੇ ਜੋ ਗੁਰਬਾਣੀ ਟਰਾਂਸਲੇਸ਼ਨ ਕਰਨ ਵਾਲੇ ਸਾਡੇ ਗੁਰਮੁਖ ਸੱਜਣ ਨੇ, ਉਹਨਾਂ ਨੇ ਇਸਦੇ ਅਰਥ ਇਸ ਤਰ੍ਹਾਂ ਕੀਤੇ ਨੇ ਕਿ ਸੰਸਾਰ ਡਰ ਦਾ ਸਾਗਰ ਹੈ ਤੇ ਇਸ ਡਰ ਦੇ ਸਾਗਰ ਤੋਂ ਹਰੀ ਨਾਮ, ਰੱਬ ਦਾ ਆਸਰਾ, ਰੱਬ ਦੇ ਨਾਮ ਦੀ ਓਟ ਸਾਨੂੰ ਪਾਰ ਉਤਾਰ ਦਿੰਦੀ ਹੈ। ਪਰ ਡੀਪ ਲੈਵਲ ਜਦੋਂ ਸ਼ਬਦ ਕੋਸ਼ ਦੀ ਮਦਦ ਦੇ ਨਾਲ ਇਫ ਵੀ take some kind of help from dictionaries or some Gurmukhi encyclopedias and try to put everything in proper context, then we get the meanings. Peh sagaro peh sagar tariya, ਇੱਕ ਡਰ ਦੇ ਨਾਲ ਦੂਸਰੇ ਡਰ ਤੋਂ ਬਚਿਆ ਜਾ ਸਕਦਾ ਹੈ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਇੱਕ ਡਰ ਦੇ ਜ਼ਰੀਏ ਦੂਸਰੇ ਡਰ ਤੋਂ ਪਾਰ ਹੋਈਦਾ ਹੈ ਨਾਮ ਦੇ ਓਟ ਆਸਰੇ ਦੇ ਨਾਲ। ਇਹਦੇ ਬਾਬਤ ਹੁਣ ਗੁਰਬਾਣੀ ਦੇ ਵਿੱਚ ਬਹੁਤ ਉਮਦਾ ਢੰਗ ਨਾਲ ਚੀਜ਼ਾਂ ਸਾਨੂੰ ਐਕਸਪਲੇਨ ਕੀਤੀਆਂ ਗਈਆਂ ਨੇ। ਪਹਿਲੇ ਨੰਬਰ 'ਤੇ ਸੰਸਾਰ ਸਾਗਰ ਇਹ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ। ਲੈਟ ਮੀ ਪੁੱਟ ਫਿਊ ਐਗਜ਼ਾਮਪਲਸ ਫਰੋਮ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚ ਐਜ਼ ਸ਼ਬਦ ਪੜ੍ਹਦੇ ਹਾਂ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜਦੋਂ ਇੱਕ ਲਾਈਫ ਐਜ਼ ਏ ਫੀਟਸ ਦੇ ਤੌਰ 'ਤੇ ਆਪਣੀ ਜਰਨੀ ਵਿੱਚ ਹੁੰਦੀ ਹੈ, ਅਜੇ ਬਰਥ ਨਹੀਂ ਹੋਇਆ, ਅਤੇ ਉਹਦੇ 'ਚ ਪੋਸੀਬਿਲਿਟੀ ਹੈ ਮਿਸਕੈਰੇਜ ਹੋਣ ਦੀ, ਪੋਸੀਬਿਲਿਟੀ ਹੈ ਜੀਵਨ ਦੇ ਖਤਮ ਹੋ ਜਾਣ ਦੀ। ਉੱਥੇ ਅੱਜ ਇਤਨੇ ਮੈਡੀਕਲੀ ਪਰਫੈਕਟ ਵਰਲਡ ਦੇ ਵਿੱਚ, ਇਤਨੀ ਜ਼ਿਆਦਾ ਫੈਸਿਲਿਟੀਜ਼ ਦੇ ਵਿੱਚ, ਇਤਨੇ ਜ਼ਿਆਦਾ ਸਾਡੇ ਕੋਲ ਰਿਸੋਰਸਿਸ ਹੋਣ ਦੇ ਬਾਵਜੂਦ ਵੀ ਆਪ ਕਦੀ ਡਾਟਾ ਦੇਖੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਸੱਚ ਲੱਗਣਗੇ। ਕਈ ਜਨਮ ਗਰਭ ਹਿਰ ਖਿਰਿਆ, ਪਤਾ ਨਹੀਂ ਕਿਤਨੇ ਜਨਮ ਗਰਭ ਦੀ ਅਗਨ 'ਚ ਖਿਰ ਜਾਂਦੇ। So many lives they don't get chance to become a baby, to become a kid, to become a human, because actually they get, you can say, finished or destroyed in the journey of as a fetus. ਜਦੋਂ ਇੱਕ ਬੇਬੀ ਦੀ ਜਰਨੀ ਦੇ 'ਚ ਹੈਗੇ ਨੇ, ਉਹਦੇ ਵਿੱਚ ਹੀ ਫਨਾ ਹੋ ਜਾਂਦੇ। ਸੋ ਪੋਸੀਬਿਲਿਟੀ ਹੈ ਜੀਵਨ ਖਤਮ ਹੋ ਜਾਏਗਾ। ਗੁਰੂ ਅਮਰਦਾਸ ਸਾਹਿਬ ਨੇ ਦੀ ਬਾਤ ਕੀਤੀ ਤੇ ਫਿਰ ਮਿਸਾਲ ਦਿੱਤੀ, ਜੈਸੀ ਅਗਨ ਉਦਰ ਮੈਂ, ਉੱਥੇ ਗਰਭ ਦੀ ਅਗਨ ਜੀਵਨ ਨੂੰ ਖਤਮ ਕਰ ਸਕਦੀ ਹੈ। ਤੈਸੀ ਬਾਹਰ ਮਾਇਆ, ਕੁਝ ਜੀਵਨ ਬਹੁਤ ਸੇਫ ਐਂਡ ਸਾਊਂਡ, ਬੜੇ ਸੋਲਿਡ ਧਰਤੀ 'ਤੇ ਆਮਦ ਲੈਂਦੇ ਐਜ਼ ਏ ਬੇਬੀ। ਉਹਨਾਂ ਦੀ ਨਵੀਂ ਇੱਕ ਜਰਨੀ ਸ਼ੁਰੂ ਹੁੰਦੀ ਫੀਟਸ ਤੋਂ ਬੇਬੀ ਬਣ ਕੇ। ਉਹ ਖਾਂਦੇ ਪੀਂਦੇ ਹੰਡਾਉਂਦੇ ਸਭ ਚੀਜ਼ਾਂ ਹੁੰਦੀਆਂ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤਾਂ ਆਤਮ ਘਾਤੀ, ਮਰਨਾ ਜਾਹੀ ਜਿਨ ਬਿਸਰਤ ਰਾਮ, ਨਾਮ ਬਿਹੂਣ ਜੀਵਨ ਕੌਣ ਕਾਮ, ਖਾਤ ਪੀਤ ਖਿਲਤ ਹਸਤ ਬਿਸਥਾਰ। ਖਾਂਦੇ ਪੀਂਦੇ ਖੇਡਦੇ ਹੱਸਦੇ ਸਭ ਚੀਜ਼ਾਂ ਹੁੰਦੀਆਂ, ਪਰ ਸਭ ਕਹਿੰਦੇ ਕਵਨ ਅਰਥ ਮਿਰਤਕ ਸ਼ਿੰਗਾਰ। ਮਰੀ ਹੋਈ ਮਡੋਲੀ ਨੂੰ ਸ਼ਿੰਗਾਰਨ ਦਾ ਕੀ ਫਾਇਦਾ? ਮੀਨ ਵੈਨ ਦੇ ਲੂਜ਼ ਦ ਮੀਨਿੰਗ ਆਫ ਦੇਅਰ ਹਿਊਮਨ ਲਾਈਫ, ਦੈਟ ਮੀਨ ਉਹਨਾਂ ਦੀ ਲਾਈਫ ਹੋਣੀ ਨਾ ਹੋਣੀ ਬਹੁਤੇ ਮੀਨਿੰਗ ਨਹੀਂ ਰੱਖਦੀ। ਸੋ ਇਹ ਪੋਸੀਬਿਲਿਟੀ ਹੈ। ਇੱਕ ਪੋਸੀਬਿਲਿਟੀ ਇਹ ਹੈ ਕਿ ਜੀਵਨ ਐਜ਼ ਏ ਫੀਟਸ ਖਤਮ ਹੋ ਜਾਏ। ਇੱਕ ਪੋਸੀਬਿਲਿਟੀ ਇਹ ਵੀ ਹੈ ਜੀਵਨ ਅੱਗੇ ਚੱਲੇ, ਉਹ ਡਿਫਰੈਂਟ ਜਿਹੜੀਆਂ ਟ੍ਰਾਂਜੀਸ਼ਨਲਸ ਆਉਂਦੀਆਂ ਨੇ ਲਾਈਫ ਦੇ ਵਿੱਚ, ਉਹਨਾਂ ਨੂੰ ਪ੍ਰੋਪਰਲੀ ਫੋਲੋ ਕਰੇ। ਉਹ ਇੱਕ ਬੇਬੀ, ਟੌਡਲਰ, ਇੱਕ ਜਿਹੜਾ ਹੈਗਾ ਆ ਕਿਡ, ਟੀਨ, ਅਡੋਲਸੈਂਸ, ਅਤੇ ਫਿਰ ਪੂਰੇ ਜਿਹੜਾ ਮੈਚਿਓਰ ਏਜ, ਫਿਰ ਮਿਡ ਲਾਈਫ, ਅਤੇ ਫਿਰ ਅੱਗੇ ਓਲਡ ਏਜ, ਸੀਨੀਅਰ ਲਾਈਫ, ਸਾਰੀ ਇੰਜੋਏ ਕਰੇ। ਪਰ ਇਹ ਸਭ ਕਰਦਿਆਂ ਹੋਇਆਂ ਜੀਵਨ ਦੇ ਮੀਨਿੰਗਸ ਗਵਾ ਲਏ, ਇਹ ਵੀ ਪੋਸੀਬਿਲਿਟੀ ਹੈ। ਅਤੇ ਜਿਹੜੇ ਮੀਨਿੰਗ ਗਵਾਉਣੇ ਨੇ, ਇਹ ਭੈ ਸਾਗਰ ਹੈ। ਇੱਕ ਐਸਾ ਡਰ ਦਾ ਸਾਗਰ ਆ ਜਿਹਦੇ 'ਚ ਪੂਰਾਂ ਦੇ ਪੂਰ ਡੁੱਬੀ ਜਾ ਰਹੇ ਨੇ ਲੋਕ। ਖਾਤ ਪੀਤ ਖਿਲਤ ਹਸਤ ਬਿਸਥਾਰ, ਸਭ ਕੁਝ ਹੋ ਰਿਹਾ, ਪਰ ਮੀਨਿੰਗ ਜੀਵਨ ਦੇ ਨਹੀਂ ਮਿਲ ਰਹੇ।
ਹੁਣ ਇਹਦੇ 'ਚ ਕਿਉਂ ਨਹੀਂ ਮਿਲਦੇ? ਕਿਉਂਕਿ ਜਿਹੜਾ ਇੱਕ ਭਵ ਸਾਗਰ ਇਹ ਹੈ, ਇਸ ਭਵ ਸਾਗਰ ਦੇ ਵਿੱਚ ਜਿਹੜੀਆਂ ਜੀਵਨ ਦੀਆਂ ਵੀਕਨੈਸਿਸ ਹੈਗੀਆਂ ਨੇ, ਤੇ ਉਹ ਵੀਕਨੈਸਿਸ ਇਨਫਲੂਐਂਸ ਦੇ ਰੂਪ ਵਿੱਚ ਆਉਂਦੀਆਂ। ਬੰਦੇ ਕਈ ਵਾਰੀ ਕਹਿ ਦਿੰਦੇ ਮੈਂ ਤੇ ਬੜਾ ਠੀਕ ਸੀਗਾ, ਮੈਂ ਤੇ ਨਹੀਂ ਸੀ ਮਤਲਬ ਝੂਠ ਬੋਲਦਾ ਹੁੰਦਾ, ਮੈਂ ਤੇ ਨਹੀਂ ਸੀਗਾ ਕਿਸੇ ਨੂੰ ਗਲਤ ਤਰੀਕੇ ਨਾਲ ਵਿਹਾਰ ਕਰਦਾ। I never try to treat anyone badly. I never actually do any kind of cheat to anyone. But because other people have taught me to do it, that's why I learned from them, and now I'm actually following the same path as others do. ਹੁਣ ਦਾ ਮਤਲਬ ਕੀ ਹੋਇਆ? ਮੈਂ ਆਪਣੇ ਜੀਵਨ ਦੀ ਓਰੀਜਨੈਲਿਟੀ ਛੱਡ ਦਿੱਤੀ। ਮਨੁੱਖ ਇਸੇ ਤਰ੍ਹਾਂ ਹੀ ਹੁੰਦਾ ਹੈ। ਇਹ ਭਵ ਸਾਗਰ ਹੈ, ਡਰ ਦੀਆਂ ਲਹਿਰਾਂ ਨੇ। ਜਿਵੇਂ ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀ, ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ। ਜਿਵੇਂ ਦੁਨੀਆ ਵਜਾਉਣਾ ਚਾਹੁੰਦੀ, ਤੇਰੀ ਜ਼ਿੰਦਗੀ ਦਾ ਸਾਜ਼ ਵੀ ਉਵੇਂ ਵੱਜਣ ਲੱਗ ਜਾਂਦਾ। ਪਰ ਆਪਾਂ ਹਿਊਮਨ ਬੀਇੰਗ ਆ, ਕੋਈ ਮਿਊਜ਼ੀਕਲ ਇੰਸਟਰੂਮੈਂਟ ਥੋੜ੍ਹਾ ਹੈ। ਤਬਲਾ ਆ, ਆਵਾਜ਼ਾਂ ਆ, ਕੋਈ ਉਹਦੇ 'ਤੇ ਜਿਵੇਂ ਹੱਥ ਮਾਰਦਾ, ਜਿਵੇਂ ਕੋਈ ਪੱਖਾ ਫੇਰ ਕੇ ਸੁਰਾਂ ਦੱਬਦਾ, ਉਵੇਂ ਉਹਦੇ 'ਚੋਂ ਆਵਾਜ਼ਾਂ ਆਉਂਦੀਆਂ ਨੇ। ਬੰਦਾ ਕਹੇ ਆਲੇ ਦੁਆਲੇ ਨੂੰ ਦੇਖਦਾ, ਬਸ ਐਕਚੁਅਲੀ ਉਸੇ ਤਰੀਕੇ ਦਾ ਮੈਂ ਲਾਈਫ ਦਾ ਆਪਣੇ ਦਾ ਬਣਾ ਲਿਆ ਹਿਸਾਬ ਕਿਤਾਬ। ਭਾਈ ਫਿਰ ਤੇ ਪੋਸੀਬਿਲਿਟੀ ਹੈ ਕਿ ਕੋਈ ਕਿਸੇ ਦਾ ਸੁਧਾਰ ਨਹੀਂ ਕਰੇਗਾ, ਕੋਈ ਕਿਸੇ ਨੂੰ ਸਹੀ ਰਾਏ ਨਹੀਂ ਪਾਏਗਾ, ਤੇ ਫਿਰ ਉਸੇ ਟਰੈਕ ਦੇ ਉੱਤੇ ਹੀ ਸਾਰੇ ਤੁਰਦੇ ਲੱਗੇ ਜਾਵਾਂਗੇ। ਗੁਰੂ ਮਹਾਰਾਜ ਕਹਿੰਦੇ ਇਹ ਭੈ ਸਾਗਰ ਹੈ, ਡਰ ਦਾ, ਜਿਹਨੂੰ ਅਸੀਂ ਪੀਅਰ ਪ੍ਰੈਸ਼ਰ ਕਈ ਵਾਰੀ ਕਹਿੰਦੇ ਹਾਂ ਨਾ ਬੱਚਿਆਂ ਦੇ ਵਿੱਚ। ਇਹ ਜਿਸਨੂੰ ਸਾਈਮਨ ਫਰੋਇਡ ਜਿਹੜਾ ਹੈਗਾ ਉਹ ਕਹਿੰਦਾ ਸੁਪਰ ਈਗੋ। ਸੋਸਾਇਟੀ ਹੈ, ਇੰਸਟੀਟਿਊਸ਼ਨਸ ਨੇ, ਉਹ ਸਾਨੂੰ ਇੱਕ ਉਹ ਚਲਾ ਰਹੇ ਨੇ। ਹੁਣ ਉਹਨਾਂ ਦੇ ਵਿੱਚ ਇੱਕ ਇਨਵਿਜ਼ੀਬਲ ਇਨਫਲੂਐਂਸ ਹੈ। Let me tell you through a story. You might have heard that story before, but in today's context, it can lead us toward the understanding of the Shabad. Story ਇਹ ਹੈਗੀ ਹੈ ਕਿ ਭਗਤ ਫਰੀਦ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਪੰਜਾਬ ਦੀ ਫਿਜ਼ਾਂ ਵਿੱਚ ਪਹਿਲੇ ਬਾਣੀਕਾਰ, ਕੋਈ 1000 ਕੁ ਸਾਲ ਪਹਿਲਾਂ ਉਹਨਾਂ ਨੇ ਆਮਦ ਲਈ ਹੈ, ਤੇ ਉਹਦੀ ਬਾਣੀ ਰਚੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਲੱਭ ਕੇ ਪ੍ਰੀਜ਼ਰਵ ਕਰਕੇ ਸਾਨੂੰ ਬਖਸ਼ੀ। ਭਗਤ ਫਰੀਦ ਜੀ, ਉਹਨਾਂ ਦਾ ਜਿਹੜਾ ਸਰਨੇਮ ਜਾਂ ਟਾਈਟਲ ਸੀਗਾ ਉਹ ਸੀਗਾ ਸ਼ਕਰਗੰਜ। ਸ਼ਕਰ ਕਹਿੰਦੇ ਨੇ ਮਿੱਠੇ ਨੂੰ, ਮਤਲਬ ਸਵੀਟਨੈਸ ਨੂੰ, ਤੇ ਗੰਜ ਪਹਾੜ ਨੂੰ ਵੀ ਕਿਹਾ ਜਾਂਦਾ ਤੇ ਖਜ਼ਾਨੇ ਨੂੰ ਵੀ ਕਿਹਾ ਜਾਂਦਾ। ਐਂਡ ਬੋਥ ਹੈਵ ਦ ਵੈਰੀ ਕਲੋਜ਼ ਮੀਨਿੰਗਸ। ਇੰਟਰਚੇਂਜੇਬਲ ਵੇ ਨਾਲ ਅਸੀਂ ਯੂਜ਼ ਕਰਦੇ ਹਾਂ ਵਰਡ। ਮੀਨ ਦ ਪਰਸਨ who is totally sweet, very nice, very kind-hearted, very polite, very actually you can say soft-spoken. That kind of person is Shakarganj. ਬਾਬਾ ਫਰੀਦ ਜੀ ਦੀ ਬਾਣੀ ਪੜ੍ਹੋਗੇ ਬਿਲਕੁਲ ਤੁਹਾਨੂੰ ਇਹਦੇ 'ਚੋਂ ਲੱਗੇਗਾ, ਫਰੀਦਾ ਜੋਤਾਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨ ਡੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਾ ਹੰਡਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕੁਝ ਪਾਏ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਮੁਹੱਬਤ ਦੀ, ਪਿਆਰ ਦੀ, ਸਨੇਹ ਦੀ, ਖਲੂਸ ਦੀ, ਇਹ ਸਾਰੀ ਬਾਤ ਉਹ ਪਾ ਰਹੇ ਇਸ ਰੂਪ ਦੇ ਵਿੱਚ। ਸਾਹੀ ਕੁਝ ਇਸ ਤਰ੍ਹਾਂ ਹੁੰਦੀ ਹੈ ਕਿ ਕਿਉਂਕਿ ਉਹ ਮਿੱਠ ਬੋਲੜੇ ਸੀ, ਕਦੀ ਕਿਸੇ ਨੂੰ ਉਹ ਇਹ ਨਹੀਂ ਕਹਿਣਾ, ਕਦੀ ਕਿਸੇ ਨੂੰ ਦੁਤਕਾਰਨਾ ਨਹੀਂ, ਕਦੀ ਇਸ ਤਰੀਕੇ ਦੇ ਨਾਲ। ਐਸਾ ਜਿਹੜਾ ਸਵੀਟ ਸਪੋਕਨ ਬੰਦਾ ਹੋਏਗਾ, ਉਹਦੇ ਨਾਲ ਲੋਕ ਜੁੜਨਾ ਚਾਹਣਗੇ, ਉਹਦੇ ਨਾਲ ਲੋਕ ਸਾਂਝ ਬਣਾਉਣੀ ਚਾਹਣਗੇ। ਸੋ ਬਾਬਾ ਫਰੀਦ ਜੀ always have lots of actually students, disciples, some kind of ਸੇਵਕ ਉਹਨਾਂ ਦੇ ਨਾਲ ਹਰ ਵਕਤ ਰਹਿੰਦੇ। ਪਰ ਉਹ ਕਿਉਂਕਿ ਮੁਰਸ਼ਦ ਕਾਮਲ ਸੀ, ਬੜੇ ਸਿਆਣੇ ਸੀ, ਕਿ ਉਹਨਾਂ ਨੇ ਬਹੁਤਿਆਂ ਨੂੰ ਕਹਿਣਾ ਕਿ ਭਾਈ ਐਵੇਂ ਆਪਣਾ ਟਾਈਮ ਵੇਸਟ ਨਾ ਕਰੋ। ਜਿਨ੍ਹਾਂ ਨੇ ਵਾਕਿਆ 'ਚ ਕੋਈ ਸਪਿਰਿਚੁਅਲ ਪਾਥ ਦੇ ਉੱਤੇ ਆਪਣੀ ਕੋਈ ਜਰਨੀ ਅੱਗੇ ਵਧਾਉਣੀ ਹੈ, ਪੀਪਲ ਹੂ ਆਰ ਰੀਅਲੀ ਕੈਂਡੀਡੇਟ ਆਫ spiritual journey, they should keep on moving with me, keep on going this side. Otherwise, people who are just wasting their time don't come and don't actually stay with me. For that, he always examined them in his own way. ਇਹਦੇ ਜਿਹੜੀ ਬਾਤ ਆਈ ਸਾਖੀ ਦੇ ਵਿੱਚ, ਉਹ 'ਚ ਗੱਲ ਇਹ ਆਈ ਕਿ
ਅੱਜ ਭਗਤ ਫਰੀਦ ਜੀ ਜਾ ਰਹੇ ਨੇ, ਬੜਾ ਵੱਡਾ ਸ਼ਾਗਿਰਦਾਂ ਦਾ, ਉਹਨਾਂ ਦੇ ਡਿਸਾਈਪਲਸ ਦਾ ਉਹਨਾਂ ਦੇ ਨਾਲ ਇੱਕ ਗਰੁੱਪ ਆ। ਬਾਬਾ ਫਰੀਦ ਜੀ ਕਹਿੰਦੇ ਵੀ ਸ਼ਾਗਿਰਦੋ, ਬੜੇ ਦਿਨ ਹੋ ਗਏ ਤੁਹਾਨੂੰ ਮੇਰੇ ਨਾਲ ਰਹਿੰਦਿਆਂ, ਬਹੁਤ ਸਾਰੇ ਤੁਸੀਂ ਬਹੁਤ ਸਾਰਾ ਰੂਹਾਨੀ ਸਫ਼ਰ ਮੇਰੇ ਨਾਲ ਕਰਤਾ ਕੀਤਾ ਹੈ, ਆਪਾਂ ਅੱਜ ਇਮਤਿਹਾਨ ਨਾ ਲਈਏ। ਕੁਛ ਤੇ ਡਰ ਗਏ ਕਿ ਵੀ ਭਾਈ ਪਤਾ ਨਹੀਂ ਕਿਹੋ ਜਿਹਾ ਇਮਤਿਹਾਨ ਹੋਏਗਾ। ਜਿਨ੍ਹਾਂ ਨੇ ਵਾਕਿਆ 'ਚ ਆਪਣੇ ਆਪ ਦੀ ਕੋਈ ਤਿਆਰੀ ਕੀਤੀ ਸੀ, ਉਹਨਾਂ ਕਿਹਾ ਵੀ ਹਾਂ ਵੀ ਮੁਰਸ਼ਿਦ ਕਾਮਲ ਭਗਤ ਜੀ, ਬਾਬਾ ਜੀ ਪਲੀਜ਼ ਚੈੱਕ ਕਰੋ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਖੈਰ ਬਾਬਾ ਫਰੀਦ ਜੀ ਕਹਿਣਗੇ ਡਰੋ ਨਾ, ਡਰਨ ਦੀ ਲੋੜ ਨਹੀਂ ਹੈ ਬਹੁਤੀ, ਇਮਤਿਹਾਨ ਕੋਈ ਬਹੁਤ ਔਖਾ ਨਹੀਂਗਾ। ਇਮਤਿਹਾਨ ਸਿਰਫ ਇਤਨਾ ਹੀ ਹੈ ਕਿ ਤੁਹਾਡੇ ਸਾਹਮਣੇ ਇੱਕ ਜ਼ਿਮੀਂਦਾਰ ਤੁਰਿਆ ਜਾਂਦਾ ਹੈ, ਤੇ ਜੋ ਕਿਸਾਨ ਹੈ, ਜ਼ਿਮੀਂਦਾਰ ਹੈ, ਫਾਰਮਰ ਆ, ਉਸਨੇ ਇੱਕ ਉਹਦੇ ਨਾਲ ਇੱਕ ਗਾਂ ਨਾਲ ਲਈ ਜਾਂਦਾ ਹੈਗਾ। ਐਕਚੁਅਲੀ ਇੱਕ ਕਹਿ ਲਓ ਕਿ ਇੱਕ ਕੈਟਲ ਹੈ ਆ ਕਾਓ ਹੈ, ਉਹ ਕਾਓ ਨੂੰ ਨਾਲ ਉਹਨੂੰ ਜਿਹੜਾ ਹੈਗਾ ਉਹਨੇ ਉਹ ਲੈ ਕੇ ਜਾ ਰਿਹਾ ਰਸਤੇ ਦੇ ਉੱਤੇ। ਤੂੰ ਕਹਿੰਦਾ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਸਿਰਫ ਇੰਨਾ ਹੀ ਆਨਸਰ ਕਰਨਾ ਮੈਨੂੰ ਕਿ ਇਹ ਕਿਸਾਨ ਗਾਂ ਦੇ ਨਾਲ ਵੱਜਾ ਆ ਜਾਂ ਗਾਂ ਕਿਸਾਨ ਦੇ ਨਾਲ ਵੱਜੀ ਹੈ। ਦੈਟਸ ਦਾ ਓਨਲੀ ਕੁਐਸਚਨ। ਬਸ ਸਿੰਪਲ ਸਵਾਲ ਇਹ ਹੈ ਵੀ ਇਹ ਕਿਸਾਨ ਜਿਹੜਾ ਗਾਂ ਨੂੰ ਲੈ ਕੇ ਜਾ ਰਿਹਾ ਹੈਗਾ ਆ, ਇਹ ਕਿਸਾਨ ਗਾਂ ਦੇ ਨਾਲ ਵੱਜਾ ਆ ਜਾਂ ਗਾਂ ਕਿਸਾਨ ਦੇ ਨਾਲ ਵੱਜੀ ਆ। ਕੁਝ ਸ਼ਾਗਿਰਦ ਇੱਕਦਮ ਵਸਦੇ ਲਿਸਨ ਦਿਸ ਕੁਐਸਚਨ, ਐਕਚੁਅਲੀ ਕੁਝ ਜਿਹੜੇ ਸ਼ਾਗਿਰਦ ਸੀ ਬਾਬਾ ਫਰੀਦ ਜੀ ਦੇ, ਇੱਕਦਮ ਦੇ ਜੰਪ ਅਹੈਡ ਐਂਡ ਸੇ ਬਾਬਾ ਜੀ ਇਟਸ ਨੋਟ ਅ ਬਿਗ ਕੁਐਸਚਨ, ਇਹ ਤਾਂ ਸਿੰਪਲ ਸਵਾਲ ਹੈ ਜਿਹੜਾ ਅਸੀਂ ਕੀਤਾ। ਜਿਹਨੂੰ ਰੱਬ ਨੇ 2 ਅੱਖਾਂ ਦਿੱਤੀਆਂ ਨੇ ਤੇ ਥੋੜਾ ਜਿਹਾ ਦਿਮਾਗ ਦਿੱਤਾ ਆ, ਉਹ ਬੰਦਾ ਰਾਈਟ ਵੇਖ ਕੇ ਕਹਿ ਦੇਗਾ ਵੀ ਗਾਂ ਜ਼ਿਮੀਂਦਾਰ ਨਾਲ ਵੱਜੀ ਹੈ, ਗਾਂ ਕਿਸਾਨ ਦੇ ਨਾਲ ਵੱਜੀ ਹੈ। ਰੀਜ਼ਨ ਉਹਦਾ ਇਹ ਹੈ ਵੀ ਗਾਂ ਦੇ ਗਲ ਦੇ ਵਿੱਚ ਰੱਸਾ ਆ, ਜ਼ਿਮੀਂਦਾਰ ਦੇ ਹੱਥ ਵਿੱਚ ਰੱਸਾ ਆ। ਜ਼ਿਮੀਂਦਾਰ ਲੀਡ ਕਰ ਰਿਹਾ, ਅੱਗੇ ਤੁਰ ਰਿਹਾ, ਗਾਂ ਪਿੱਛੇ ਤੁਰ ਰਹੀ ਹੈ। ਜਿੱਧਰ ਜਿੱਧਰ ਜ਼ਿਮੀਂਦਾਰ ਜਾ ਰਿਹਾ, ਗਾਂ ਉਹਦੇ ਮਗਰ ਮਗਰ ਤੁਰ ਰਹੀ ਹੈ। ਬਾਬਾ ਫਰੀਦ ਜੀ ਗੱਲ ਸੁਣਦੇ, ਉਹਨਾਂ ਦੀ ਜਵਾਬ ਸੁਣਦੇ ਤੇ ਹੱਸ ਪੈਂਦੇ, ਕਹਿੰਦੇ ਠੀਕ ਹੈ। ਥੋੜੀ ਦੇਰ ਬਾਅਦ ਤਸਵੀਰ ਬਦਲ ਜਾਂਦੀ। ਤਸਵੀਰ ਕੀ ਬਦਲਦੀ? ਗਾਂ ਰੱਸਾ ਛਡਾ ਲੈਂਦੀ। ਹੁਣ ਉਹ ਖੇਤਾਂ ਦੇ ਵਿੱਚੋਂ ਭੱਜ ਰਹੀ। ਜਦੋਂ ਖੇਤਾਂ 'ਚ ਭੱਜ ਰਹੀ ਹੈ ਤੇ ਜਿਹੜਾ ਜ਼ਿਮੀਂਦਾਰ ਹੈ ਉਹ ਗਾਂ ਦੇ ਮਗਰ ਭੱਜ ਰਿਹਾ। ਬਾਬਾ ਫਰੀਦ ਜੀ ਕਹਿੰਦੇ ਇੱਕ ਪਲ ਲਈ ਹੁਣ ਦੇਖਿਓ, ਹੁਣ ਤਸਵੀਰ ਕੀ ਕਹਿ ਰਹੀ ਹੈ। ਤੁਸੀਂ ਕਹਿ ਰਹੇ ਸੀਗੇ ਗਾਂ ਜ਼ਿਮੀਂਦਾਰ ਨਾਲ ਵੱਜੀ ਹੈ, ਜ਼ਿਮੀਂਦਾਰ ਦੀ ਮਰਜ਼ੀ ਚੱਲਦੀ ਹੈ, ਜਿੱਧਰ ਜ਼ਿਮੀਂਦਾਰ ਜਾਏਗਾ ਗਾਂ ਉੱਧਰ ਜਾਏਗੀ। ਹੁਣ ਤੇ ਗਾਂ ਛੁੱਟ ਗਈ ਹੈ। ਹੁਣ ਤੇ ਹਕੀਕਤ ਇਹ ਹੈ ਜ਼ਿਮੀਂਦਾਰ ਦੇ ਗਲ ਵਿੱਚ ਕੋਈ ਰੱਸਾ ਨਹੀਂ, ਗਾਂ ਨੇ ਕੋਈ ਰੱਸਾ ਨਹੀਂ ਫੜਿਆ। ਫਿਰ ਹੁਣ ਕਿਉਂ ਜ਼ਿਮੀਂਦਾਰ ਗਾਂ ਦੇ ਮਗਰ ਭੱਜ ਰਿਹਾ ਜਦੋਂ ਵੱਜਾ ਹੀ ਨਹੀਂ ਉਹਦੇ ਨਾਲ? ਤੇ ਓ ਬਾਬਾ ਫਰੀਦ, ਗੱਲ ਤੇ ਸੱਚੀ ਹੈ। ਐਕਚੁਅਲੀ ਇਹਦੇ ਮੀਨਿੰਗ ਬਹੁਤ ਡੀਪ ਵੀ ਨੇ। ਇਹਨੂੰ ਮੈਂ ਸਰਲ ਕਰਕੇ ਐਗਜ਼ਾਮਪਲ ਕਰਾਂ ਜਿਸ ਨੂੰ ਉਸ ਰੂਪ ਦੇ ਵਿੱਚ, ਇਹ ਹੈ ਕਿ ਜਿਹੜੀ ਦੁਨੀਆ ਹੈ ਨਾ, ਸੰਸਾਰ ਹੈ ਸਾਰਾ, ਇਹਨੇ ਕੋਈ ਸਾਨੂੰ ਰੱਸੇ ਨਹੀਂ ਪਾਏ। ਬਟ ਵੀ ਡੋਂਟ ਹੈਵ ਚੋਇਸਿਸ। ਪੀਪਲ ਆਲਵੇਜ਼ ਸੇ ਭਾਈ ਜਦੋਂ ਲੋਕ ਕਰਦੇ ਨੇ ਮੈਂ ਵੀ ਕਰਾਂਗਾ, ਲੋਕ ਇਸ ਪਾਸੇ ਜਾ ਰਹੇ ਨੇ ਮੈਂ ਵੀ ਜਾਵਾਂਗਾ। ਇੱਕ ਇਨਵਿਜ਼ੀਬਲ ਫੋਰਸ ਆ, ਇਹੀ ਪੀਅਰ ਪ੍ਰੈਸ਼ਰ ਹੈ। ਉੱਥੇ ਤੇ ਜ਼ਿਮੀਂਦਾਰ ਨੂੰ ਹੈ ਕਿ ਇਹ ਚੀਜ਼ ਮੇਰੇ ਤੋਂ ਬਿਲੋਂਗ ਕਰਦੀ ਹੈ, ਇਸ ਕਰਕੇ ਮੈਂ ਇਹਨੂੰ ਜਾਣ ਨਹੀਂ ਦੇ ਸਕਦਾ, ਇਹ ਮੇਰਾ ਨੁਕਸਾਨ ਹੈ, ਇਸ ਰੂਪ ਦੇ ਵਿੱਚ ਆ। ਇਹ ਸੰਸਾਰ ਦੇ ਵਿੱਚ ਵੀ ਇੱਕ ਅਜੀਬ ਇਨਫਲੂਐਂਸ ਹੈ। ਲੋਕ ਦੂਜਿਆਂ ਵੱਲ ਦੇਖਦੇ, ਉਹਨਾਂ ਦੇ ਮਗਰ ਭੱਜਦੇ ਵੀ ਇਹੀ ਮੇਰੀ ਦੁਨੀਆ, ਇਹੀ ਸੰਸਾਰ ਹੈ ਮੇਰਾ। ਇਹ ਡਰ ਹੈ, ਇਹ ਭੈ ਹੈ। ਇੱਕ ਹੋ ਸਕਦਾ ਹੈ ਅਸੀਂ ਕਿਸੇ ਦੇ ਮਗਰ ਲੱਗ ਕੇ ਗਲਤ ਚੋਇਸਿਸ ਬਣਾ ਲਈਏ। ਭੈ ਸਾਗਰ ਹੈ। यही है जैसी अगन उधर में तैसी बाहर माया, माया अगन सब इक्को जही करता है खेल रचाया। जहां तिस पाना ता जम्मिया परिवार भला पाया। लिव छुड़की लगी तृष्णा माया अमर वरताया। माया अमर वरताउंदी, अमर हुक्म। माया किवें हुक्म कर सकती है? ये हुक्म यही है इधर चल, इधर नहीं जाना। हुक्म, बंदा हुक्म ते चल रहा, हाँ इस पासे जाना। इन्फ्लुएंस, वो बैड इन्फ्लुएंस है। छोटे तो छोटा बैड इन्फ्लुएंस की है? लोकी दूजियां वल वेख के उवें दे कपड़े पाउण लग जांदे, उवें दे नशे करन लग जांदे,
ਉਵੇਂ ਦੇ ਕੰਮ ਕਰਨ ਲੱਗ ਜਾਂਦੇ, ਉਵੇਂ ਦੀਆਂ ਚੋਇਸਿਸ ਬਣਾਉਣ ਲੱਗ ਜਾਂਦੇ। ਕੋਈ ਬੰਦਾ ਕਹੇਗਾ ਵਾਈ ਆਰ ਯੂ ਫੋਲੋਇੰਗ ਅਦਰਸ, ਵਾਈ ਆਰ ਯੂ ਫੋਲੋਇੰਗ। ਭਾਈ ਗੱਲ ਇਹ ਹੈ, ਮਾਇਆ ਅਮਰ ਵਰਤਾਇਆ, ਹੁਣ ਅੰਦਰ ਇਨਫਲੂਐਂਸ ਜਾ ਰਿਹਾ, ਉਹਨਾਂ ਦਾ ਕੀ ਕੀਤਾ ਜਾਏ। ਰੱਸਾ ਤੇ ਹੈ ਨਹੀਂ, ਪਰ ਰੱਸਾ ਵੱਜਾ ਵੀ ਹੈ ਇਨਡਾਇਰੈਕਟਲੀ। ਇਹ ਭੈ ਹੈ, ਇਹ ਭੈ ਸਾਗਰ ਹੈ। ਇਹਦੇ ਤੋਂ ਤੁਸੀਂ ਤਾਂ ਆਜ਼ਾਦ ਹੋ ਸਕਦੇ ਹੋ ਜਦੋਂ ਤੁਸੀਂ, ਅਸੀਂ ਕਈ ਵਾਰ ਬੱਚਿਆਂ ਨੂੰ ਕਹਿੰਦੇ ਆ, ਆਰ ਯੂ ਇੰਡੀਪੈਂਡੈਂਟ ਇਨ ਯੂਰ ਥਾਟਸ, ਆਰ ਯੂ ਡਿਪੈਂਡੈਂਟ ਇਨ ਯੂਰ ਥਾਟਸ। ਜਦੋਂ ਤੁਸੀਂ ਡਿਪੈਂਡੈਂਸੀ ਕ੍ਰੀਏਟ ਕਰ ਲਈ ਆਪਣੇ ਥਾਟਸ ਦੇ ਵਿੱਚ, ਅਸੀਂ ਕਿਸੇ ਲੈਵਲ ਤੇ ਵੀ ਹੁੰਦਾ ਆ, ਅਸੀਂ ਕਿਸੇ ਦਾ ਸੈਕੰਡਰੀ ਥਾਟ ਲੈਣ ਲੱਗ ਜਾਂਦੇ ਆ। ਸਾਨੂੰ ਪਤਾ ਨਹੀਂ ਸੈਕੰਡਰੀ ਥਾਟ ਦੇਣ ਵਾਲਾ ਕੌਣ ਹੈ। ਮੋਸਟਲੀ ਸਾਡੇ ਬੱਚਿਆਂ ਦੇ ਛੋਟੇ ਹੁੰਦੇ ਆ ਫਰੈਂਡਸ ਹੁੰਦੇ ਨੇ। ਅੱਜ ਕੱਲ੍ਹ ਤੇ ਸੋਸ਼ਲ ਮੀਡੀਆ, ਅੱਜ ਕੱਲ੍ਹ ਤੇ ਗੂਗਲ ਹੈ। ਮੈਂ ਤਾਂ ਕਈ ਵਾਰੀ ਬਿਲਾਸ ਵਿੱਚ ਵੀ ਕਹਿਣਾ ਕਿ ਅੱਜ ਦੀ ਦੁਨੀਆ ਦੇ ਸਾਡਾ ਕ੍ਰੈਡੀਬਲ ਸੋਰਸ ਜਿਹੜਾ ਆ ਉਹ ਮਾਂ ਬਾਪ ਨਹੀਂ ਹੈਗੇ। ਇੱਕ ਟਾਈਮ ਸੀਗਾ ਜਦੋਂ ਬੰਦਾ ਮਾਂ ਬਾਪ ਨੂੰ ਆ ਕੇ ਪੁੱਛਦਾ ਸੀਗਾ ਕਿ ਆਹ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਟੁਡੇ ਪੇਰੈਂਟਸ are suggesting something, they are saying, kids are saying, no, don't try to tell us. We have our own credible source. What is your credible source? Google? What else? ਅੱਜ ਕੱਲ੍ਹ ਪ੍ਰੋਫੈਸ਼ਨਲ ਵੀ ਕ੍ਰੈਡੀਬਲ ਨਹੀਂ ਹੈਗੇ। ਨਾ ਪ੍ਰੋਫੈਸ਼ਨਲਸ ਕੋਈ ਐਡਵਾਈਸ ਦਿੰਦਾ, ਬੰਦਾ ਕਹਿੰਦਾ ਹੋਲਡ ਯੂਰ ਐਡਵਾਈਸ, ਲੈਟ ਮੀ ਚੈੱਕ ਫਰੋਮ ਮਾਈ ਸੋਰਸਿਸ। ਚੈੱਕ ਕਰੋ ਜੀ। ਤੇ ਇਹਨਾਂ ਸਾਨੂੰ ਸ਼ਾਇਦ ਅਹਿਸਾਸ ਭੁੱਲ ਜਾਂਦਾ ਹੈ ਕਿ ਉਹ ਤੇ ਇੱਕ ਬਿਜ਼ਨਸ ਕਰਨ ਵਾਲੀ ਇੱਕ ਫੋਰਸ ਆ ਜਿਹੜੀ ਸਾਨੂੰ ਡਰਾਈਵ ਕਰ ਰਹੀ ਹੈ ਆਪਣੇ ਇੰਟਰਸਟ ਵਾਸਤੇ। ਇੱਥੇ ਫਿਰ ਕੀ ਹੈ ਕਿ ਬੰਦਾ ਇੱਕ ਅਜੀਬ ਤਰ੍ਹਾਂ ਦੀ ਹਾਲਤ 'ਚ ਫਸਦਾ ਲੱਗਾ ਜਾਂਦਾ। ਇਹੀ ਟਰੈਪ ਆ। ਇਸ ਲਈ ਜੇ ਸੰਸਾਰ ਵਿੱਚ ਦੇਖੋਗੇ ਤੁਸੀਂ, ਅੱਜ ਪੂਰੀ ਦੁਨੀਆ ਦਾ ਇੱਕ ਕਲਚਰ ਬਣਦਾ ਲੱਗਾ ਜਾ ਰਿਹਾ, ਪੂਰੀ ਦੁਨੀਆ ਦਾ। ਇਹ ਕੋਈ ਚੰਗੀ ਗੱਲ ਨਹੀਂ। ਡਾਈਵਰਸਿਟੀ ਇਜ਼ ਦ ਗਲੋਰੀ ਆਫ ਦਿਸ ਗਲੋਬ, ਡਾਈਵਰਸਿਟੀ ਇਜ਼ ਦ ਸਟਰੈਂਥ ਆਫ ਦਿਸ ਗਲੋਬ, ਡਾਈਵਰਸਿਟੀ ਇਜ਼ ਦ ਐਕਚੁਅਲੀ ਯੂ ਕੈਨ ਸੇ ਲਾਈਫ ਆਫ ਦਿਸ ਹਿਊਮੈਨਿਟੀ। ਪਰ ਜਦੋਂ ਤੁਸੀਂ ਦੇਖਦੇ ਹੋ, ਤੁਸੀਂ ਮਤਲਬ ਦੁਨੀਆ ਪੱਧਰ ਤੇ ਦੇਖੋ, ਇੱਕੋ ਜਿਹੇ ਕੱਪੜੇ ਪਾਏ ਜਾ ਰਹੇ ਨੇ, ਫੂਡ ਚੋਇਸਿਸ ਵੀ ਇੱਕੋ ਜਿਹੀਆਂ ਹੋ ਚੱਲੀਆਂ ਲੋਕਾਂ ਦੀਆਂ, ਲੋਕ ਇੱਕੋ ਤਰੀਕੇ ਨਾਲ ਸੋਚਣ ਲੱਗ ਗਏ ਨੇ। ਵੱਡੀ ਮੁਸੀਬਤ ਤੇ ਬਣ ਗਈ ਹੈ, ਇੱਕ ਬਿਜ਼ਨਸ ਮਾਡਲ ਫੋਲੋ ਕਰਨ ਲੱਗੀ ਪੂਰੀ ਦੁਨੀਆ ਹੁਣ। ਇਸੇ ਕਰਕੇ ਜਿਹੜਾ ਹੁਣ ਇੰਡੀਆ ਵਰਗੇ ਡਾਈਵਰਸ ਮੁਲਕ ਦੇ ਵਿੱਚ ਤੁਸੀਂ ਦੇਖੋਗੇ, ਅਮਰੀਕਨ ਜਾਂ ਯੂਰਪੀਅਨ ਲਾਜ਼ ਜਿਹੜੇ ਨੇ ਉਹਨਾਂ ਨੂੰ ਉੱਥੇ ਅਪਲਾਈ ਕਰਨ ਦੀ ਬਾਤ ਹੋ ਰਹੀ ਹੈ, ਉਹਨਾਂ ਦੀ ਇੰਪਲੀਮੈਂਟੇਸ਼ਨ ਦੀ ਗੱਲ ਹੋ ਰਹੀ ਹੈ ਧੱਕੇ ਦੇ ਨਾਲ, ਖਾਸ ਕਰਕੇ ਐਗਰੀਕਲਚਰ ਸੈਕਟਰ ਦੇ ਵਿੱਚ। ਲੋਕ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸਮਝ ਆ ਜੂਝ ਰਹੇ ਨੇ, ਪਿਆ ਕਰ ਰਹੇ ਹੋ, ਪਰ ਤੁਹਾਨੂੰ ਕੀ ਪਤਾ ਹੈ। ਮਤਲਬ ਇਹ ਸਾਰੀ ਚੀਜ਼ ਜਿਹੜੀ ਹੈ, ਤੇ ਇਹਦੇ ਪਿੱਛੇ ਗੱਲ ਕੀ ਹੈ ਕਿ ਬਸ ਉਹ ਇੱਕ ਇਨਵਿਜ਼ੀਬਲ ਫੋਰਸ ਨੂੰ ਉਹਨੂੰ ਫੋਲੋ ਕੀਤਾ ਜਾ ਰਿਹਾ ਸਾਰੇ ਰੂਪਾਂ ਦੇ ਵਿੱਚ। ਇਹ ਪੁਰਾਣੇ ਸਮੇਂ ਤੋਂ ਬਾਤ ਰਹੀ। ਗੁਰੂ ਬਾਬਾ ਜੀ ਨੇ ਅਹਿਸਾਸ ਕਰਵਾਇਆ, ਬੰਦਾ ਕਿਉਂ ਨਹੀਂ ਕਿਸੇ ਦਾ ਫੋਲੋਵਰ ਬਣੇ, ਅੱਖਾਂ ਬੰਦ ਕਰਕੇ ਅੰਧ ਵਿਸ਼ਵਾਸੀ ਬਣੇ। ਬੰਦਾ ਆਪਣੇ ਆਪ ਨੂੰ ਅਵੇਅਰ ਕਰੇ, ਪਰ ਅਵੇਅਰ ਕਰਨ ਵਾਸਤੇ ਕਿਸੇ ਹੋਰ ਸੋਰਸ ਦੀ ਹੈਲਪ ਲਏ। ਉਹ ਸੋਰਸ ਕਿਹੜਾ ਹੈ ਜਿਹੜਾ ਇਸ ਦੀ ਆਟੋਨਮੀ, ਇੰਡੀਪੈਂਡੈਂਸ ਜਿਹੜੀ ਹੈ ਉਸ ਨੂੰ ਬਰਕਰਾਰ ਰੱਖ ਸਕੇ। ਇਹਦੇ ਲਈ ਸਾਨੂੰ ਜਿਹੜਾ ਥਾਟਸ ਚਾਹੀਦੇ ਹੈਗੇ ਨੇ, ਜਿਵੇਂ ਗੁਰਬਾਣੀ ਹੈ, ਗੁਰਬਾਣੀ ਗਾਈਡ ਕਰਦੀ ਹੈ ਸਾਨੂੰ, ਗੁਰਬਾਣੀ ਸਾਨੂੰ ਸੇਧਾਂ ਦਿੰਦੀ ਹੈ, ਇਨਲਾਈਟਡ ਕਰਦੀ ਹੈ, ਸੋਝੀ ਦਿੰਦੀ ਹੈ। ਬੰਦਾ ਇਹਦੇ ਵਿੱਚੋਂ ਫਿਰ ਇੱਕ ਭੈ ਜਨਰੇਟ ਕਰਦਾ ਆ, ਇੱਕ ਆਪਣੇ ਆਪ ਦੇ ਵਿੱਚ। ਹੁਣ ਸਰਲ ਭਾਵ ਵਿੱਚ ਲੈ ਲਿਆ ਜਾਏ, ਸੁਸਾਇਟੀ ਦੇ ਵਿੱਚ ਡਰ ਤੋਂ ਬੰਦਾ ਕਹਿੰਦਾ ਕਿ ਨਹੀਂ ਮੈਂ ਪੀਅਰਸ ਦਾ ਪ੍ਰੈਸ਼ਰ ਆ, ਸੁਸਾਇਟੀ ਦਾ ਪ੍ਰੈਸ਼ਰ ਆ, ਇਹੋ ਜਿਹੇ ਪ੍ਰੈਸ਼ਰ ਕਰਕੇ ਬੰਦਾ ਕੁਝ ਡਿਸੀਜਨ ਬਣਾਉਂਦਾ ਹੈ। ਪਰ ਬਾਣੀ ਕਹਿੰਦੀ, ਹਾਊ ਅਬਾਊਟ ਯੂਰ ਓਨ ਕੌਨਸ਼ੀਅਸ। ਜਿਹੜੀ ਚੀਜ਼ ਨੂੰ ਕੌਨਸ਼ੀਅਸ ਲੈਵਲ ਤੇ ਅਲਾਓ ਨਹੀਂ ਕਰਦੀ, ਭਾਈ ਤੂੰ ਕਿਉਂ ਕਰਦਾ ਆ? ਪਰ ਬੰਦਾ ਕਹਿੰਦਾ ਕੌਨਸ਼ੀਅਸ, ਉਹ ਤਾਂ ਆਵਾਜ਼ ਨੂੰ, ਉਹ ਤੇ ਮੈਨੂੰ ਸੁਣਨੀ ਵੀ ਨਹੀਂ ਆਉਂਦੀ, ਸਮਝਣੀ ਵੀ ਨਹੀਂ ਆਉਂਦੀ, ਜਿਹਨੂੰ ਗਟ ਫੀਲਿੰਗ ਕਹਿੰਦੇ ਆ, ਜਿਹਨੂੰ ਅਸੀਂ ਇਨਰ ਇਨਸਟਿੰਕਟ ਕਹਿੰਦੇ ਆ, ਸਾਰੀ ਬਾਣੀ ਉਹਨੂੰ ਪ੍ਰਮੋਟ ਕਰਦੀ ਹੈ, ਉਹਨੂੰ ਸਪੋਰਟ ਕਰਦੀ ਹੈ। ਜਦੋਂ ਇਹਦਾ ਭੈ ਬੰਦੇ ਦੇ ਦਿਲ ਵਿੱਚ ਆ ਗਿਆ, ਬੰਦੇ ਦੇ ਹਿਰਦੇ 'ਚ ਆ ਗਿਆ ਕਿ ਮੇਰੀ ਅੰਦਰ ਦੀ ਇੱਕ ਫੀਲਿੰਗ ਮੈਨੂੰ ਕੁਛ ਕਹਿ ਰਹੀ ਹੈ, ਆਈ ਹੈਵ ਟੂ ਲਿਸਨ ਇਟ, ਆਈ ਹੈਵ ਟੂ ਪੇ ਅਟੈਂਸ਼ਨ ਟੂ ਇਟ। ਜਦੋਂ ਉਸ ਜਿਹੜੀ ਬਾਤ ਆ ਉਹਦੇ ਨਾਲ ਬਾਣੀ ਵਰਗੀ ਰਚਨਾ ਜਿਹੜੀ ਬਿਲਕੁਲ ਪਿਓਰ ਸੱਚ ਆ, ਉਹ ਨਾਲ ਸੈਕੰਡਰੀ ਕਰ ਦਿੰਦੀ ਹੈ। ਇੱਕ ਸੱਚੇ ਡਰ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ। ਜਿਹੜਾ ਸੱਚੇ ਡਰ ਦਾ ਅਹਿਸਾਸ ਹੈ, ਉਹ ਇੱਕ ਵੱਡੇ ਡਰ ਨੂੰ ਦਿਲ ਵਿੱਚੋਂ ਚੁੱਕ ਦਿੰਦਾ ਹੈ। ਉਹ ਫਿਰ ਬੰਦੇ ਨੂੰ ਖੌਫ ਨਹੀਂ ਰਹਿੰਦਾ, ਭੈ ਨਹੀਂ ਰਹਿੰਦਾ ਉਸ ਚੀਜ਼ ਦਾ।
ਅਦਰਵਾਈਜ਼ ਭੈ ਬਣਿਆ ਹੈ, ਡਰ ਬਣਿਆ ਹੈ। ਇੱਕ ਹੋਰ ਐਗਜ਼ਾਮਪਲ ਇਹਦੇ ਨਾਲ ਦੇ ਦਿੰਦਾ ਵਾਂ। ਇੱਥੇ ਸਾਡੇ ਸ਼ਹਿਰ ਦੇ ਵਿੱਚ ਪ੍ਰੋਵਿੰਸ਼ੀਅਲ ਪ੍ਰਿਜ਼ਨ ਦੇ ਵਿੱਚ ਇੱਕ ਲੜਕਾ ਸੀਗਾ ਆਪਣੇ ਸਿੱਖ ਪਰਿਵਾਰ ਦੇ ਵਿੱਚੋਂ। ਅਕਸਰ ਪਾਪੂਲੇਸ਼ਨ ਬਾਹਰ ਵੱਧ ਰਹੀ ਹੈ, ਇਹੋ ਜਿਹੀ ਜਗ੍ਹਾ 'ਤੇ ਵੱਧ ਰਹੀ ਹੈ, ਖਾਸ ਕਰਕੇ ਕਰੈਕਸ਼ਨਲਸ ਦੇ ਵਿੱਚ, ਕਰੈਕਸ਼ਨ ਸਰਵਿਸਿਜ਼ ਦੇ ਵਿੱਚ, ਜੇਲ੍ਹਾਂ ਦੇ ਵਿੱਚ, ਹੋਰ ਜਗ੍ਹਾ 'ਤੇ। ਖੈਰ ਉਸ ਲੜਕੇ ਨੇ ਉੱਥੇ ਜਿਹੜਾ ਉਹਨਾਂ ਦਾ ਕੋਈ ਰਿਲੀਜੀਅਸ ਲੀਡਰਸ ਹੁੰਦੇ ਨੇ ਉਹਨਾਂ ਦੇ ਨਾਲ ਕੋਂਟੈਕਟ ਕੀਤਾ, ਕ੍ਰਿਸਚਨ ਚੈਪਲਨ ਦੇ ਨਾਲ। ਉਹਨੂੰ ਕਿਹਾ ਕਿ ਆਈ ਵਾਂਟ ਮਾਈ ਫੇਥ ਲੀਡਰ, ਆਈ ਵਾਂਟ ਟੂ ਟਾਕ ਟੂ ਹਿਮ, ਆਈ ਵਾਂਟ ਸਮ ਕਾਈਂਡ ਆਫ ਸਪੋਰਟ। ਲੀਗਲੀ ਵੀ ਬਾਉਂਡ ਹੁੰਦੇ ਨੇ ਉਹ, ਅਤੇ ਵੈਸੇ ਵੀ ਕਈ ਵਾਰੀ ਬੜੇ ਕਾਇੰਡ ਹਾਰਟਡ ਲੋਕ ਵੀ ਹੁੰਦੇ ਨੇ। ਉਹਨੇ ਕਾਫੀ ਉਹਨੂੰ ਪਲੀ ਕੀਤੀ, ਰਿਕੁਐਸਟ ਕੀਤੀ, ਅਤੇ ਉਸਨੇ ਇੱਧਰ ਉੱਧਰ ਲੱਭਣਾ ਸ਼ੁਰੂ ਕੀਤਾ। ਸਮਹਾਓ ਮੇਰੇ ਤੱਕ ਉਹਦੀ ਰਿਸਾਈ ਹੋਈ, ਅਤੇ ਮੈਨੂੰ ਉਹਨੇ ਕਿਹਾ ਕਿ ਐਕਚੁਅਲੀ ਵਨ ਆਫ ਆਵਰ ਇਨਮੇਟਸ wants to see you, please spare some time and I can arrange some appointment or some kind of meeting time, so please at least one time you have to see him। मैं गया ਉੱਥੇ, ਉਹਦੇ ਨਾਲ ਗੱਲਬਾਤ ਹੋਈ। ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਸੀ, ਥੋੜ੍ਹਾ ਜਿਹਾ ਸੀਗਾ। ਉਹ ਸਿੱਧੇ ਆਪਣੀ ਗੱਲ ਨੂੰ ਕਹਿੰਦਾ, ਗੱਲ ਇਹ ਕਿ ਮੈਂ ਨਸ਼ਿਆਂ ਦੇ ਕਰਕੇ ਗਲਤ ਪਾਸੇ ਤੁਰ ਪਿਆ, ਨਸ਼ੇ ਕਰਦਾ ਸੀਗਾ, ਅਤੇ ਨਸ਼ੇ ਕਰਨ ਤੋਂ ਬਾਅਦ ਨਸ਼ੇ ਵੇਚਣ ਲੱਗ ਗਿਆ। ਜਿਹੜਾ ਉਹਦਾ ਐਂਡ ਸੀਗਾ ਉਹ ਇਹ ਪ੍ਰਿਜ਼ਨ ਹੈ। ਠੀਕ ਹੈ, ਇੱਥੇ ਆਇਆ, ਇੱਥੇ ਕੁਝ ਪ੍ਰੋਗਰਾਮਸ ਮਿਲੇ, ਕੁਝ ਇਹੋ ਜਿਹਾ ਮਾਹੌਲ ਮਿਲਿਆ, ਉਹ ਸਾਰੇ ਕਰਕੇ ਆਪਣੇ ਅੰਦਰੋਂ ਆਵਾਜ਼ ਆਈ, ਇਹ ਠੀਕ ਨਹੀਂ ਗਾ, ਬਦਲ ਜਾਵਾਂ। ਬਦਲ ਗਿਆ, ਨਸ਼ੇ ਛੱਡਦੇ, ਸਭ ਕੁਛ। ਹੁਣ ਇੱਕ ਵੱਖਰੀ ਜ਼ਿੰਦਗੀ ਜੀਣੀ ਚਾਹੁੰਦਾ, ਉਹਦੇ ਵਾਸਤੇ ਅੰਦਰ ਤਿਆਰੀ ਹੈ, ਸਭ ਚੀਜ਼ਾਂ ਹੋ ਗਈਆਂ ਨੇ। ਠੀਕ ਹੈ, ਹੁਣ ਜਿਹਦੇ ਕਰਕੇ ਤੁਹਾਨੂੰ ਬੁਲਾਇਆ ਹੈਗਾ ਉਹ ਇਹ ਹੈ ਕਿ ਮੇਰਾ ਜਿਹੜਾ ਰਿਲੀਜ਼ਿੰਗ ਟਾਈਮ ਆ, ਜਿਹੜਾ ਮੈਨੂੰ ਇਹਨਾਂ ਨੇ ਰਿਲੀਜ਼ ਕਰ ਦੇਣਾ ਆ, ਦੈਟ ਇਜ਼ ਵੈਰੀ ਕਲੋਜ਼। ਉਹ ਆ ਰਿਹਾ, ਆਲਮੋਸਟ ਕੁਝ ਇੱਕ ਹਫ਼ਤਿਆਂ ਦਾ ਰਹਿ ਗਿਆ, ਮੈਂ ਛੁੱਟ ਜਾਣਾ ਇੱਥੋਂ। ਮੇਰੇ ਅੰਦਰ ਹੁਣ ਡਰ ਪੈ ਰਿਹਾ ਕਿ ਕਿਉਂਕਿ ਮੇਰੀ ਸਮਾਂ ਤਾਂ ਬਹੁਤ ਲੰਮਾ ਆ, ਮੈਨੂੰ ਇਹ ਚਾਂਸ ਦੇ ਰਹੇ ਨੇ, ਅਰਲੀ ਪਰੋਲ ਦੇ ਰਹੇ ਨੇ, ਤਾਂ ਕਿ ਮੈਂ ਬੈਟਰ ਪਰਸਨ ਹੋ ਕੇ ਸੁਸਾਇਟੀ ਵਿੱਚ ਰਹਾਂ, ਮੇਰੇ ਇੱਥੇ ਕੰਮ ਚੰਗੇ ਰਹੇ ਨੇ। ਬਟ ਮੈਨੂੰ ਡਰ ਇਹ ਫੈਲ ਗਿਆ ਆ ਕਿ ਆਈ ਐਮ ਗੋਨਾ ਐਂਡ ਅਪ ਅਗੇਨ ਹੇਅਰ ਇਨ ਪ੍ਰਿਜ਼ਨ, ਬਿਕੋਜ਼ ਇੱਥੇ ਤਾਂ ਮੈਨੂੰ ਮਾਹੌਲ ਹੋਰ ਸੀਗਾ, ਮੈਨੂੰ ਜੇਲ੍ਹ ਸੀਗੀ, ਚਾਰ ਦੀਵਾਰੀ ਸੀਗੀ, ਸਭ ਚੀਜ਼ਾਂ ਕਰਕੇ ਮੈਂ ਇੱਥੇ ਬਚਿਆ ਸੀਗਾ। ਬਾਹਰ ਜਾਵਾਂਗਾ ਮੈਂ ਤਾਂ ਸੇਮ ਆਈ ਐਮ ਗੋਨਾ ਸਟਕ ਇਨ ਦੈਟ ਸਿਚੁਏਸ਼ਨ ਅਗੇਨ। ਮੈਂ ਉਸ ਨੂੰ ਕਿਹਾ ਕਿ ਅੱਛਾ, ਮੈਂ ਕਿਹਾ ਇਹ ਡਰ ਦੇ ਕਾਰਨ ਕਿਹੜੇ ਕਿਹੜੇ ਨੇ, ਮੈਨੂੰ ਕਾਰਨ ਗਣਾ ਤੂੰ। ਉਹ ਕਹਿੰਦੇ ਸਭ ਤੋਂ ਵੱਡਾ ਕਾਰਨ ਤਾਂ ਇਹ ਹੈਗਾ ਕਿ ਜਿਸ ਦਿਨ ਮੈਂ ਛੁੱਟਣਾ ਇੱਥੋਂ, ਜਿਨ੍ਹਾਂ ਨੇ ਮੈਨੂੰ ਲੈਣ ਲਈ ਆਉਣਾ ਹੈ, ਉਹਨਾਂ ਨੇ ਜਾ ਕੇ ਪਾਰਟੀ ਕਰਨੀ ਹੈ ਮੇਰੇ ਨਾਲ। ਵੀ ਗੋਨਾ ਡੂ ਦ ਸੇਮ ਥਿੰਗ ਸੇਮ ਨਾਈਟ ਵੈਨ ਆਮ ਗੋਨਾ ਰਿਲੀਜ਼ ਫਰੋਮ ਹੇਅਰ। ਮੇਰੇ ਉੱਤੇ ਜਿਹੜੀ ਵੱਡੀ ਕੰਡੀਸ਼ਨ ਹੈ ਉਹ ਹੈਗੀ ਹੈ ਕਿ ਮੈਂ ਜਿਹਨੂੰ ਅਸੀਂ ਕਹਿੰਦੇ ਹਾਂ ਥਾਣੇ ਜਾ ਕੇ ਹਾਜ਼ਰੀ ਲਵਾਉਣੀ। ਆਈ ਹੈਵ ਟੂ ਪ੍ਰੈਜ਼ੈਂਟ ਐਕਚੁਅਲੀ ਡੂ ਸਮ ਕਾਈਂਡ ਆਫ ਅਟੈਂਡੈਂਸ ਇਨ ਨੀਅਰ ਬਾਈ ਪੁਲਿਸ ਸਟੇਸ਼ਨ, ਐਂਡ ਆਲਸੋ ਦੇ ਕੈਨ ਚੈੱਕ ਮਾਈ ਬਲੱਡ, ਮਾਈ ਯੂਰਿਨ ਐਨੀ ਟਾਈਮ। ਇਹ ਸਭ ਚੀਜ਼ਾਂ ਹੋ ਸਕਦੀਆਂ। ਜੇ ਮੈਂ ਇਹੋ ਜਿਹੀ ਚੀਜ਼ ਨੂੰ ਟੇਕ ਕਰਾਂਗਾ, ਦੇ ਗੋਨਾ ਟੈਸਟ ਇਟ, ਮੈਂ ਤਾਂ ਫੜਿਆ ਜਾਵਾਂਗਾ। ਇਹ ਚੀਜ਼ ਹੋ ਗਈ। ਠੀਕ ਹੈ, ਕੁਛ ਹੋਰ ਗੱਲਾਂ ਬਾਤਾਂ ਹੋਈਆਂ। ਅਖੀਰ ਇਹ ਸਾਰੀ ਗੱਲਬਾਤ ਤੋਂ ਬਾਅਦ ਉਹ ਲੌਂਗ ਸਟੋਰੀ ਸ਼ਾਰਟ ਕਹਾਂ, ਤੇ ਉਹ ਕਹਿੰਦਾ ਕਿ ਮੇਰੀ ਹੈਲਪ ਕਰੋ। ਮੈਂ ਉਸ ਨੂੰ ਕਿਹਾ ਸੱਜਣਾ ਗੱਲ ਇਹ ਹੈ, ਕੀ ਕਰਦਾ ਇੱਥੇ? ਉਹ ਕਹਿੰਦਾ ਜਿੱਥੇ ਬਾਣੀ ਪੜ੍ਹਦਾ, ਨਿਤਨੇਮ ਕਰਦਾ, ਮੇਰੇ ਕੋਲ ਗੁਟਕੇ ਨੇ, ਆਹ ਸਭ ਚੀਜ਼ਾਂ ਨੇ, ਮੈਂ ਗੁਰੂ ਮਹਾਰਾਜ ਅਰਦਾਸ ਵੀ ਕਰਦਾ। ਮੈਂ ਕਿਹਾ ਵੀ ਮੈਨੂੰ ਇਹ ਫੀਲਿੰਗ ਆ ਰਹੀ ਹੈ ਕਿ ਤੇਰੀ ਜਿਹੜਾ ਉਹ ਟਾਈਮ ਸੀਗਾ ਜਿਹਦੇ 'ਚ ਤੂੰ ਨਸ਼ੇ ਕਰਨੇ ਸੀ, ਤੂੰ ਗਲਤ ਪਾਸੇ ਜਾਣਾ ਸੀਗਾ, ਦੈਟਸ ਓਵਰ ਨਾਓ, ਆਈ ਕੈਨ ਫੀਲ ਇਟ। ਰੋ ਪਿਆ, ਬੜਾ ਰੋਇਆ, ਕਹਿੰਦਾ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ, ਤੁਸੀਂ ਇੰਨਾ ਬਿਲੀਵ। ਮੈਂ ਕਿਹਾ ਮੈਨੂੰ ਫੀਲਿੰਗ ਹੋ ਰਹੀ ਹੈ। ਸੈਕਿੰਡ ਥਿੰਗ ਇਹ ਹੈਗੀ ਹੈ ਕਿ ਜੇ ਤੂੰ ਹੁਣ ਇਸ ਲੈਵਲ 'ਤੇ ਤੁਰ ਪਿਆ, ਇਸ ਪਾਸੇ, ਇਸ ਰਾਹ ਦੇ ਉੱਤੇ, ਹੁਣ ਤੇਰਾ ਜ਼ਮੀਰ ਜਾਗ ਗਿਆ। ਇਹਦੀ ਮੈਂ ਤੈਨੂੰ ਰੈਸ਼ਨਲ ਸਾਈਡ ਵੀ ਦੱਸ ਦਿੰਦਾ ਹਾਂ, ਕਿਉਂਕਿ ਤੂੰ ਇਤਨੀ ਕੁ ਤੇਰੇ 'ਚ ਸਟਰੈਂਥ ਹੈਗੀ ਹੈ, ਐਬਿਲਿਟੀ ਹੈਗੀ ਹੈ
ਕਿ ਤੂੰ ਇੱਥੋਂ ਦੇ ਇੱਕ ਵਰਕਿੰਗ ਆਫਿਸਰ ਨੂੰ, ਉਸ ਚੈਪਲਨ ਨੂੰ ਕੰਪੈਲ ਕੀਤਾ, ਆਈ ਵਾਂਟ ਟੂ ਸੀ ਮਾਈ ਫੇਥ ਲੀਡਰ। ਕਿੰਨਾ ਸਟਰੋਂਗਲੀ ਤੂੰ ਅਰਜ ਕੀਤਾ ਹੋਣਾ, ਕਿੰਨਾ ਸਟਰੋਂਗਲੀ ਤੂੰ ਜਿਹੜਾ ਹੈ ਇਸ ਚੀਜ਼ ਨੂੰ ਪੁਸ਼ ਕੀਤਾ ਹੋਣਾ ਕਿ ਉਸ ਨੂੰ ਮਜਬੂਰ ਹੋਣਾ ਪਿਆ ਮੈਨੂੰ ਇੱਥੇ ਲਿਆਉਣ ਵਾਸਤੇ। ਕੁਦਰਤ ਤੇਰੇ ਆਖੇ ਲੱਗ ਰਹੀ ਹੈ ਹੁਣ, ਮੈਨੂੰ ਲੱਗ ਰਿਹਾ ਹੈ ਕਿ ਕੁਦਰਤ ਤੈਨੂੰ ਕੱਢ ਰਹੀ ਹੈ ਇਹਦੇ 'ਚੋਂ। ਮੈਂ ਦੇਖ ਰਿਹਾ ਉਹਦੀ ਬਾਡੀ ਲੈਂਗੁਏਜ ਬਦਲ ਰਹੀ ਹੈ, ਕੁਝ ਮੇਰੀਆਂ ਗੱਲਾਂ ਸੁਣ ਰਿਹਾ, ਉਹ ਰਾਈਟ ਵੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ he's just walking with me all the way। ਖੈਰ ਮੈਂ ਕਿਹਾ ਮੈਂ ਹੁਣ ਆਵਾਂ ਕਰਾਂਗਾ, ਹਫ਼ਤੇ ਬਾਅਦ ਆਵਾਂਗਾ ਤੇਰੇ ਕੋਲ। I will make sure actually that you get some kind of ਗੁਰਬਾਣੀ ਮੈਸੇजेस। ਐਂਡ ਆਪਾਂ ਇਹਦੇ 'ਤੇ ਗੱਲ ਨਹੀਂ ਕਰਾਂਗੇ ਬਹੁਤੀ ਵੀ ਨਸ਼ਿਆਂ ਬਾਰੇ ਦੂਜੇ ਤੀਜੇ, ਆਪਾਂ ਗੁਰਬਾਣੀ ਦੀ ਗੱਲ ਕਰਾਂਗੇ, ਆਪਾਂ ਬਾਤ ਕਰਾਂਗੇ ਆਪਣੀ ਹੈਰੀਟੇਜ ਦੀ ਸਾਰੀ, ਉਹ ਸਾਰੇ ਰੂਪ ਦੇ ਵਿੱਚ। ਉਹਦੇ ਬਾਬਤ ਮੈਂ ਇਤਨੀ ਬੇਨਤੀ ਵੀ ਕਰਦੇ ਹਾਂ ਕਿ ਅੱਜ ਓਨਟਾਰੀਓ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਪ੍ਰਾਰੰਭ ਹੋਇਆ ਹੈਗਾ। ਆਪ ਸਮੂਹ ਨੂੰ ਉਹਦੀ ਮੁਬਾਰਕਬਾਦ, ਕਿਉਂਕਿ ਸਾਡੀ ਇਸ ਕੈਨੇਡੀਅਨ ਸੋਇਲ ਦੇ ਉੱਤੇ ਜਿਹੜੀ ਪ੍ਰਾਪਤੀ ਹੈ ਜਾਂ ਜਿਹੜਾ ਜੀਵਨ ਚੱਲਦਾ ਬੀਇੰਗ ਏ ਸਿੱਖ, ਉਹਦੇ ਵਾਸਤੇ ਇੱਕ ਵੱਡਾ ਮਾਈਲਸਟੋਨ ਅਸੀਂ ਸਟੈਬਲਿਸ਼ ਕੀਤਾ ਕੁਝ ਸਾਲ ਪਹਿਲਾਂ। ਸੋ ਆਪਣੇ ਪਰਿਵਾਰਾਂ 'ਤੇ ਜਿਹਦੀ ਚਰਚਾ ਕਰਿਆ ਜੇ, ਆਪਣੇ ਕੰਮਾਂ 'ਤੇ ਚਰਚਾ ਕਰਿਆ ਜੇ, ਆਪਣੇ ਕੋ ਵਰਕਰਸ ਦੇ ਨਾਲ, ਸਾਰਿਆਂ ਦੇ ਨਾਲ। ਸਿੱਖ ਹੈਰੀਟੇਜ ਮੰਥ ਆਪ ਦੇਖੋ, ਬਲੈਕ ਹਿਸਟਰੀ ਮੰਥ ਮਨਾਇਆ ਜਾਂਦਾ ਹੈ ਇੱਥੇ, ਹੋਰ ਇਸ ਤਰੀਕੇ ਨਾਲ ਚੀਜ਼ਾਂ ਹੁੰਦੀਆਂ ਨੇ ਕਾਹਦੇ ਲਈ, ਅਵੇਅਰਨੈਸ ਜਨਰੇਟ ਕਰਨ ਲਈ। ਅਤੇ ਇਹਦੇ ਲਈ ਇਹ ਹੈ, ਅੱਜ ਹੀ ਮੈਂ ਸਕੂਲੀ ਬੱਚਿਆਂ ਦੇ ਨਾਲ ਇੱਕ ਮੇਰੀ ਵਰਕਸ਼ਾਪ ਸੀ ਇਹਦੇ ਉੱਤੇ, ਅਤੇ ਮੈਂ ਉਹਨਾਂ ਨੂੰ ਦੱਸ ਰਿਹਾ ਸੀਗਾ ਕਿ ਵਾਟ ਡਜ਼ ਹੈਰੀਟੇਜ ਮੀਨ। ਹੈਰੀਟੇਜ ਦਾ ਮਤਲਬ ਕੀ ਹੁੰਦਾ ਹੈਗਾ। ਜਦੋਂ ਅਸੀਂ ਬਨਸਪਤੀ ਦੇਖਦੇ ਹਾਂ ਚਾਰ ਚੁਫੇਰੇ, ਸਾਨੂੰ ਅਸੀਂ ਇੱਕ ਟਰੀ ਦੇਖਦੇ ਹਾਂ, ਸਪੋਜ਼ ਸਾਨੂੰ ਟਰੀ ਦਾ ਟਰੰਕ ਦਿਸਦਾ ਹੈਗਾ, ਅਸੀਂ ਵੀ ਕੈਨ ਸੀ ਐਕਚੁਅਲੀ ਟਰੀ ਟਰੰਕ, ਵੀ ਕੈਨ ਸੀ ਟਰੀ ਬ੍ਰਾਂਚਿਸ, ਵੀ ਕੈਨ ਸੀ ਟਰੀ ਲੀਵਸ, ਵੀ ਕੈਨ ਸੀ ਟਰੀ ਦੇ ਫਲਾਵਰ, ਫਰੂਟ, ਐਵਰੀਥਿੰਗ, ਬਟ ਵਟ ਵੀ ਕੈਨ ਨੋਟ ਸੀ ਦ ਰੂਟਸ। ਐਗਜ਼ੈਕਟਲੀ ਜਿਹੜੀ ਕਮਿਊਨਿਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਰੋਲ ਹੈਰੀਟੇਜ ਦਾ ਹੁੰਦਾ, ਰੂਟਸ ਦਾ ਹੁੰਦਾ ਹੈ। ਉੱਤੇ ਤਾਂ ਨਹੀਂ ਪਿਆ ਹੁੰਦਾ, ਸਰਫੇਸ ਤੇ ਨਹੀਂ ਹੁੰਦਾ, ਪਰ ਡੂੰਘਾ ਹੁੰਦਾ, ਡੀਪ ਲੈਵਲ। ਉਹਦੀ ਗੱਲ ਆਮ ਹਾਲਤਾਂ ਵਿੱਚ ਨਹੀਂ ਹੁੰਦੀ। ਜਦੋਂ ਹੈਰੀਟੇਜ ਦੀ ਗੱਲ ਕਰਦੇ ਹਾਂ, ਵੀ ਟਾਕ ਅਬਾਊਟ ਆਵਰ ਐਕਚੁਅਲੀ ਫਿਲੋਸਫੀ, ਆਵਰ ਆਈਡੀਓਲੋਜੀਜ਼, ਆਵਰ ਐਕਚੁਅਲੀ ਬਿਲੀਫ ਸਿਸਟਮ, ਆਵਰ ਹਿਸਟਰੀ, ਆਲ ਦੀਜ਼ ਥਿੰਗਸ। ਮੈਂ ਉਹਦੀ ਬਾਤ ਕੀਤੀ ਉਹਦੇ ਨਾਲ, ਫਿਰ ਜਾ ਕੇ ਲੰਬਾ ਸਮਾਂ ਸਾਡੀ ਗੱਲਬਾਤ ਹੁੰਦੀ ਰਹੀ ਇਸ ਤਰੀਕੇ ਦੇ ਨਾਲ। ਅਤੇ ਫਿਰ ਉਹ ਇਹ ਚੀਜ਼ਾਂ ਹੋਈਆਂ, ਜਿੰਨੇ ਕੁ ਉਹਦੇ ਕੋਲ ਹਫ਼ਤੇ ਸੀਗੇ ਲੰਬੇ ਸਮੇਂ ਤੋਂ, ਮਤਲਬ ਉਹਦੇ ਵਿੱਚ ਬਾਈ ਚਾਂਸ ਮੈਨੂੰ ਉਸ ਤੋਂ ਬਾਅਦ ਜਦੋਂ ਇਹਦਾ ਮੈਂ ਉਹਨੂੰ ਕਿਹਾ, ਮੈਂ ਜਦੋਂ ਰਿਲੀਜ਼ ਹੋਏਗਾ ਉਸ ਤੋਂ ਨਹੀਂ ਮਿਲਾਂਗਾ ਤੈਨੂੰ ਆ ਕੇ, ਸਮਹਾਓ ਮੈਨੂੰ ਜਾਣਾ ਪੈ ਗਿਆ ਬਾਹਰ। ਖੈਰ ਉਹ ਰਿਲੀਜ਼ ਹੋ ਗਿਆ, ਮੈਨੂੰ ਵੀ ਥੋੜ੍ਹਾ ਫਿਕਰ ਰਿਹਾ, ਮੈਂ ਵਾਪਸ ਆਇਆ, ਮੁਲਾਕਾਤ ਨਹੀਂ। ਕੁਝ ਸਮੇਂ ਬਾਅਦ ਮੁਲਾਕਾਤ ਹੋਈ ਸਾਡੀ। ਜਦੋਂ ਮੁਲਾਕਾਤ ਹੋਈ ਤਾਂ ਮੈਂ ਉਹਨੂੰ ਉਹ ਮਿਲਿਆ, ਬੜਾ ਕੁੱਟ ਕੇ ਗਲਵਕੜੀ ਪਾਈ, ਕਹਿੰਦਾ ਸੌਰੀ ਮੈਂ ਤੁਹਾਡੇ ਕੋਲ ਆ ਨਹੀਂ ਸਕਿਆ, ਥੈਂਕਸ ਕਰਨ ਵਾਸਤੇ, ਤੁਸੀਂ ਸਭ ਕੁਝ। ਮੈਂ ਕਿਹਾ ਸੋ ਕੇ ਆਖਿਆ ਵੀ ਹੁਣ ਕਿੱਦਾਂ ਜ਼ਿੰਦਗੀ, ਕਹਿੰਦਾ ਜੀ ਬਿਲਕੁਲ ਸਹੀ ਬਾਤ 'ਤੇ ਆ, ਸਹੀ ਤਰੀਕੇ ਨਾਲ। ਉਸ ਦਿਨ ਕਿਵੇਂ ਹੋਇਆ, ਜਦੋਂ ਉਹ ਕਹਿੰਦਾ ਜੀ ਜਿਹਦਾ ਡਰ ਸੀਗਾ ਉਹ ਸਭ ਚੀਜ਼ਾਂ ਐਜ਼ ਇਟ ਇਜ਼ ਵਾਪਰੀਆਂ। ਜਿਹੜੇ ਮੈਨੂੰ ਲੈਣ ਵਾਸਤੇ ਆਏ, ਮੇਰੇ ਆਪਣੇ 2 ਫੈਮਿਲੀ ਮੈਂਬਰਸ, ਇੱਕ ਫਰੈਂਡ ਸੀਗਾ, ਸਿੱਧੇ ਘਰ ਗਏ। ਜਾਂਦੇ ਨੂੰ ਪਾਰਟੀ ਅਰੇਂਜ ਕੀਤੀ ਸੀਗੀ ਸਾਰੀ ਰਾਤ, ਕਹਿੰਦਾ ਵੀ ਉੱਥੇ ਅਲਕੋਹਲ ਦੇ ਸਭ ਕੁਝ ਚੱਲਿਆ। ਮੈਂ ਕਿਹਾ ਫਿਰ ਤੇਰਾ, ਕਹਿੰਦੇ ਜੀ ਮੈਂ ਸਾਰਿਆਂ ਨੂੰ ਵਰਤਾਇਆ ਵੀ, ਸਾਰਿਆਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਬਟ ਆਈ ਐਕਚੁਅਲੀ ਡਿਡਨਟ ਟੇਕ ਐਨੀਥਿੰਗ। ਮੈਂ ਕਿਹਾ ਜੀ ਬੜੀ ਵੱਡੀ ਗੱਲ ਹੈ। ਕਹਿੰਦਾ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀਗੇ, ਮੇਰੇ ਅੰਦਰ ਇੱਕ ਆਵਾਜ਼ ਆ ਰਹੀ ਸੀਗੀ ਕਿ ਬਸ ਜੋ ਇਸ ਤੋਂ ਪਹਿਲਾਂ ਹੋ ਗਿਆ ਹੋ ਗਿਆ, ਹੁਣ ਇਹ ਚੀਜ਼ਾਂ ਮੇਰੇ ਲਈ ਜ਼ੀਰੋ ਹੋ ਗਈਆਂ ਨੇ। ਇਹ ਜਿਹੜੀ ਚੀਜ਼ ਆ ਇਹ ਕੀ ਹੈ? ਕਹਿੰਦੇ ਮੈਨੂੰ ਇਹ ਵੀ ਲੱਗ ਰਿਹਾ ਸੀਗਾ ਮੇਰੇ 'ਤੇ ਕਿਸੇ ਨੇ ਬਿਲੀਵ ਕੀਤਾ ਆ। ਮੈਨੂੰ ਇਹ ਵੀ ਲੱਗ ਰਿਹਾ ਸੀਗਾ ਮੇਰੇ ਗੁਰੂ ਨੇ, ਮੇਰੇ ਰੱਬ ਨੇ ਮੇਰੀ ਬਾਂਹ ਫੜੀ ਹੈ। ਹੁਣ ਕੀ ਹੈ? ਹੁਣ ਇੱਕ ਨਵਾਂ ਡਰ ਪੈਦਾ ਹੋ ਗਿਆ। ਇਹ ਡਰ ਕਿਸੇ ਸਜ਼ਾ ਦਾ ਨਹੀਂ ਗਾ, ਪਿਆਰ ਦਾ ਆ, ਕਿਸੇ ਦੇ ਸਨੇਹ ਦਾ ਆ। ਜਿਹੜਾ ਇਹ ਡਰ ਆ, ਇਹ ਭਾਵ ਹੈ। ਜਦੋਂ ਇਹ ਭਾਵ ਆ ਗਿਆ, ਦੁਨੀਆ ਦੇ ਸਾਰੇ ਭੈ ਆਪਣੇ ਆਪ ਖਤਮ ਹੋ ਜਾਣਗੇ। ਉਹ ਭੈ ਜਿਨ੍ਹਾਂ 'ਚ ਹੈ, ਬੰਦੇ ਨੂੰ ਡਰ ਰਹੇਗਾ ਮੇਰੀ ਜ਼ਿੰਦਗੀ ਖਰਾਬ ਹੋ ਜਾਏਗੀ, ਜਾਂ ਇਹ ਨਾ ਹੋਏਗਾ ਤਾਂ ਉਸ ਵਕਤ ਹੋਏਗਾ ਮੇਰੇ ਜਿਹੜੇ ਫਰੈਂਡਸ ਨੇ ਇਹ ਕੀ ਸੋਚਣਗੇ, ਮੇਰੀ ਫੈਮਿਲੀ ਕੀ ਸੋਚੇਗੀ ਜੇ ਮੈਂ ਇਹਨਾਂ ਦੇ ਅਕੋਰਡਿੰਗਲੀ ਨਾ ਚੱਲਿਆ, ਅਤੇ ਜੇ ਇਹਨਾਂ ਦੇ ਅਕੋਰਡਿੰਗਲੀ ਭਾਈ ਅੰਦਰ ਦੀ ਜਿਹੜੀ ਗਟ ਫੀਲਿੰਗ ਹੈ, ਜਿਹੜੇ ਇੱਥੋਂ ਹੀ ਐਥਿਕਸ ਆਉਂਦੇ ਬੰਦੇ ਦੇ ਵਿੱਚ। ਬੰਦਾ ਕਹਿੰਦਾ ਬਿਨਾਂ ਸ਼ੱਕ ਮੇਰੀ ਫੈਮਿਲੀ ਹੈ, ਪਰ ਜਿਹੜੇ ਐਥਿਕਲੀ ਚੀਜ਼ ਰੌਂਗ ਆ, ਰੌਂਗ ਆ। ਜਿਹੜੀ ਚੀਜ਼ ਸਪਿਰਿਚੁਅਲੀ ਰਾਈਟ ਨਹੀਂ ਹੈਗੀ, ਭਾਈ ਆਮ ਨੋਟ ਗੋਨਾ ਫੋਲੋ ਇਟ। ਗੁਰੂ ਬਾਬਾ ਜੀ ਨੇ ਇੱਥੇ ਬਾਤ ਕੀਤੀ, ਪੈ ਸਾਗਰੋ ਪੈ ਸਾਗਰ ਤਰਿਆ।
ਜਦੋਂ ਇਸ ਭੈ ਸਾਗਰ ਵਿੱਚ ਚੁੱਭੀ ਲਾ ਲਈ ਨਾ, ਦੂਸਰਾ ਡਰ ਵਾਲਾ ਸਾਗਰ ਆਪਣੇ ਆਪ ਮੁੱਕ ਗਿਆ, ਉਹ ਖਤਮ ਹੋ ਗਿਆ। ਹਰ ਹਰ ਨਾਮ ਧਿਆਏ ਰਾਮ, ਇਹਦੇ ਵਿੱਚੋਂ ਹਰੀ ਦੇ ਨਾਮ ਵੱਲ ਧਿਆਨ ਜਾਂਦਾ। ਇਹਦੇ ਵਿੱਚੋਂ ਐਕਚੁਅਲ ਲੈਵਲ ਤੇ ਬੰਦੇ ਦਾ ਰੀਅਲ ਜਿਹੜਾ ਕਹਿ ਲਓ ਕਿ ਇੱਕ ਸਪਿਰਿਚੁਅਲਿਟੀ ਦਾ ਪਾਥ, ਉਸ ਨੂੰ ਉਸ ਤਰੀਕੇ ਨਾਲ ਅੰਗੇਜ ਹੋਣਾ ਆ ਜਾਂਦਾ ਉਹਦੇ ਨਾਲ। ਬੋਹਿ ਥੜਾ ਹਰ ਚਰਨ ਆਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਬੋਹਿ ਥੜਾ ਹਰ ਚਰਨ ਆਰਾਧੇ, ਜਦੋਂ ਅਸੀਂ ਹਰੀ ਦੇ ਚਰਨਾਂ ਨੂੰ ਆਰਾਧਦੇ ਹਾਂ, ਉਹ ਸਾਡੇ ਵਾਸਤੇ ਬੋਹਿ ਥੜਾ। ਬੋਹਿ ਥੜਾ ਕਹਿੰਦੇ ਨੇ ਬੋਟ ਨੂੰ, ਸ਼ਿਪ ਨੂੰ, ਇੱਕ ਜਹਾਜ਼ ਨੂੰ। ਉਸ ਰੂਪ ਦੇ ਵਿੱਚ ਜਦੋਂ ਆਪਾਂ ਪਾਣੀ ਵਿੱਚ ਦੇਖਦੇ ਹਾਂ, ਪਾਣੀ ਦੇ ਵਿੱਚੋਂ ਕੌਣ ਬਚਦਾ ਆ? ਜਿਹਦੇ ਕੋਲ ਜਹਾਜ਼ ਹੈ, ਬੋਹਿਤ ਹੈ, ਜਿਹੜਾ ਬੇੜੀ, ਜਿਹੜਾ ਬੋਟ 'ਚ ਬੈਠਾ। ਸਾਡੇ ਇਸ ਦੁਨੀਆ ਦੇ ਵਿੱਚ ਗੱਲਾਂ ਹੀ ਨੇ, ਖਿਆਲ ਹੀ ਨੇ। ਇੱਕ ਬੰਦੇ ਨੂੰ, ਜਿਵੇਂ ਹੁਣੇ ਬਾਤ ਕੀਤੀ, ਕੁਝ ਖਿਆਲ ਇਹੋ ਜਿਹੇ ਦਿੱਤੇ, ਉਹਨੂੰ ਕਿਹਾ ਲੋੜ ਹੀ ਨਹੀਂ ਘਬਰਾਉਣ ਦੀ, ਜੇ ਤੂੰ ਹੁਣ ਤੱਕ ਇੱਥੋਂ ਤੱਕ ਆ ਗਏ, ਅਗਲਾ ਸਫ਼ਰ ਤੇ ਨਾ ਔਖਾ ਨਹੀਂ ਹੈਗਾ। ਉੱਥੇ ਇੱਕ ਬੰਦਾ ਉਹਨੂੰ ਖਿਆਲ ਆ ਕੇ ਦੇਂਦਾ, ਲੈ ਤੂੰ ਤੇ ਹੁਣ ਹਟ ਹੀ ਨਹੀਂ ਸਕਦਾ। ਜਿਸ ਬੰਦੇ ਨੇ ਇੱਕ ਵਾਰੀ ਇਸ ਗਲੇ ਤੋਂ ਸ਼ਰਾਬ ਪੀ ਲਈ, ਜਾਂ ਤੇ ਗਲਟ ਕੇ ਨਵਾਂ ਗਲਾ ਲਾਓ ਤਾਂ ਉਹ ਬਚ ਸਕਦਾ ਹੈ, ਅਦਰਵਾਈਜ਼ ਇਹ ਗਲਾ ਤੇ ਮੰਗੇਗਾ ਸ਼ਰਾਬ ਵਾਰ-ਵਾਰ। ਖਿਆਲ ਹੀ ਹੈ, ਬਚਨ ਹੈ, ਬੋਲ ਨੇ, ਭਾਵੇਂ ਆਹ ਦੇ ਦਿਓ, ਭਾਵੇਂ ਆਹ ਦੇ ਦਿਓ। ਪਰ ਜਿਸ ਸੋਹਣੇ ਢੰਗ ਨਾਲ, ਜਿੰਨੇ ਸਟਰੋਂਗ ਵੇ ਨਾਲ ਤੁਸੀਂ ਕੋਈ ਗੱਲ ਕਿਸੇ ਦੇ ਸਾਹਮਣੇ ਪ੍ਰੈਜ਼ੈਂਟ ਕਰਦੇ ਹੋ, ਤੇ ਉਸ ਨੂੰ, ਉਹਦਾ ਫੇਥ, ਉਹਨੂੰ ਕਨਵਿੰਸਿੰਗ ਵੇ ਦੇ ਨਾਲ ਉਹ ਤੱਕ ਪਾ ਦਿੰਦੇ ਹੋ, ਉਹੀ ਉਹਦਾ ਬਲੀਵ ਬਣ ਜਾਂਦਾ ਹੈ, ਉਹਦੇ 'ਚੋਂ ਵਿਸ਼ਵਾਸ ਕਰ ਲੈਂਦਾ ਹੈ। ਸਾਡੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਾਣੀ, ਬਚਨ, ਖਿਆਲ, ਬੋਲ ਦਿੱਤੇ, ਇਸ ਕਨਵਿੰਸਿੰਗ ਵੇ ਨਾਲ ਦਿੱਤੇ। ਉਹਨਾਂ ਬੋਲਾਂ ਤੇ ਆਪਣੀ ਜਾਨ ਵਾਰ ਦਿੱਤੀ, ਉਹਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਆਪਣੇ ਪਰਿਵਾਰ ਵਾਰ ਦਿੱਤੇ। ਕਨਵਿੰਸ ਕਰਤਾ ਸਾਨੂੰ ਕਿ ਆਹ ਆਈਡੀਆ ਸਭ ਤੋਂ ਬੈਸਟ ਆ। ਜਦੋਂ ਸਿੱਖਾਂ ਨੂੰ ਫੋਲੋ ਕੀਤਾ, ਉਹਨਾਂ ਨੇ ਆਪਣਾ ਭਲਾ ਕੀਤਾ, ਲੋਕਾਂ ਦਾ ਭਲਾ ਕੀਤਾ। ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ। ਸਾਹਿਬ ਕਹਿੰਦੇ ਇਹ ਬੋਹਿਤ ਹੈ, ਬੋਹਿ ਥੜਾ ਹਰ ਚਰਨ ਆਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਇਹੋ ਜੀ ਆਈਡੀਓਲੋਜੀ ਹੀ ਸਾਨੂੰ ਪਾਰਸ ਦੀ ਤਰ੍ਹਾਂ ਕੰਮ ਕਰਦੀ, ਸਾਨੂੰ ਪਾਰ ਲਗਾ ਦਿੰਦੀ ਹੈ। ਗੁਰੂ ਸ਼ਬਦ ਦੀ ਤਰੀਆ ਬਹੁੜ ਨਾ ਮਰੀਆ, ਚੂਕਾ ਆਵਣ ਜਾਣਾ। ਮੁਕਤੀ ਦੀ ਗੱਲ ਹੋ ਰਹੀ ਹੈ। ਗੁਰੂ ਕੇ ਸ਼ਬਦ ਨਾਲ ਜਦੋਂ ਐਸੋਸੀਏਸ਼ਨ ਬਣ ਗਈ, ਇਹਦੇ ਨਾਲ ਸੈਲਵੇਸ਼ਨ ਮਿਲ ਗਈ। ਚੂਕਾ ਆਵਣ ਜਾਣਾ, ਜੋ ਕੁਛ ਕਰੇ ਸੋਈ ਪਲਮਾਨੋ, ਤਾਂ ਮਨ ਸਹਿਜ ਸਮਾਣਾ। ਪਰ ਇਹ ਵੀ ਹੈ, ਓਵਰਨਾਈਟ ਕੋਈ ਚੀਜ਼ ਨਹੀਂ ਹੁੰਦੀ, ਸਹਿਜ ਦਾ ਰਾਹ ਆ। ਮਤਲਬ ਗ੍ਰੈਜੂਅਲੀ ਬੰਦਾ ਉਸ ਸੱਚ ਵਾਲੇ ਪਾਸੇ ਮੂਵ ਕਰਦਾ ਹੈ। ਉਹਦੀ ਗੁਰੂ ਸਾਹਿਬ ਬਾਤ ਕਰਦੇ, ਦੁੱਖ ਨ ਭੂਖ ਨ ਰੋਗ ਨ ਵਿਆਪੈ, ਸੁਖ ਸਾਗਰ ਸ਼ਰਣੀ ਪਾਏ। ਦੁੱਖ ਭੁੱਖ ਰੋਗ, ਇਹਨਾਂ ਚੀਜ਼ਾਂ ਦਾ ਵਿਆਪਣਾ, ਇਹਨਾਂ ਚੀਜ਼ਾਂ ਦੇ ਸਦਕਾ ਬੰਦੇ ਨੂੰ ਜਿਹੜਾ ਆ ਉਸ ਪਾਸੇ ਸਹੀ ਰਾਹ ਤੋਂ ਭਟਕਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ। ਕਿਉਂਕਿ ਬੰਦਾ ਆਪਣੇ ਮੁਤਾਬਕ ਸਿਚੁਏਸ਼ਨ ਚਾਹੁੰਦਾ ਹੈ, ਮਿਲਦੀਆਂ ਨਹੀਂ ਗਈਆਂ। ਬੀਤੇ ਕੱਲ੍ਹ ਵੀ ਆਪਾਂ ਬਾਤ ਕਰ ਰਹੇ ਸੀਗੇ, ਤੇ ਫਿਰ ਬੰਦਾ ਦੁਖੀ ਹੋਇਆ ਉਹ ਪਾਸ ਚੂਜ਼ ਕਰ ਲੈ ਜਿਹੜਾ ਨਹੀਂ ਕਰਨਾ ਚਾਹੀਦਾ। ਪਰ ਗੁਰੂ ਬਾਬਾ ਜੀ ਕਹਿੰਦੇ ਜਦੋਂ ਗੁਰੂ ਕੇ ਚਰਨਾਂ ਦਾ ਆਸਰਾ ਹੈ, ਸ਼ਰਣੀ ਪੈ ਗਿਆ ਹੈ, ਫਿਰ ਉਸ ਚੀਜ਼ ਸਰ ਤੋਂ ਮੁਕਤ ਹੋ ਜਾਂਦਾ ਹੈ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ। ਹੇ ਨਾਨਕ, ਉਹਦੀ ਸਮ੍ਰਿਤੀ ਕਰ ਜਿਹੜਾ ਮਨ ਕੀ ਚਿੰਤ ਮਿਟਾਏ, ਜਿਹੜਾ ਸਾਡੀ ਹੈਲਪ ਕਰਦਾ ਹੈ ਮਨ ਦੀਆਂ ਚਿੰਤਾਵਾਂ ਹਰਨ ਦੇ ਵਿੱਚ, ਜਿਹੜਾ ਸਾਡੀ ਹੈਲਪ ਕਰਦਾ ਆ ਸਾਨੂੰ ਆਪਣੇ ਜੀਵਨ 'ਚ ਹਰ ਡਰ ਤੋਂ ਮੁਕਤ ਹੋਣ ਦੇ ਵਿੱਚ। ਭਾਵ ਇੱਕ ਸੱਚੇ ਸੁੱਚੇ ਰੱਬ ਦੇ, ਗੁਰੂ ਦੇ ਨਾਮ ਦੇ ਭੈ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ, ਤਾਂ ਕਿ ਬਾਕੀ ਸਾਰੇ ਭੈ ਚਿੰਤਾਵਾਂ ਹਰ ਜਾਣ, ਖਤਮ ਹੋ ਜਾਣ। ਸਭ ਰਹਿਮਤ ਕਰਨ। ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਪਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।